ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਨਾਵਾਂ। ਕੋ ਮਾਈ ਭੁੱਲਿਓ ਮਨ ਸਮਝਾਵੈ, ਵੇਦ ਪੁਰਾਨ ਸਾਧ ਮਗ ਸੁਨ ਕਰ। ਨਿਮਖ ਨਾ ਹਰ ਗੁਣ ਗਾਵੈ, ਕੋ ਮਾਈ ਭੁੱਲਿਓ ਮਨ ਸਮਝਾਵੈ। ਵੇਦ ਪੁਰਾਨ ਸਾਧ ਮਗ ਸੁਨ ਕਰ। ਨਿਮਖ ਨਾ ਹਰ ਗੁਣ ਗਾਵੈ। ਰਹਾਉ ਦੁਰਲਭ ਦੇਹ ਪਾਏ ਮਾਨਸ ਕੀ, ਬਿਰਥਾ ਜਨਮ ਸਿਰਾਵੈ। ਮਾਇਆ ਮੋਹ ਮਹਾ ਸੰਕਟ ਬਨ, ਤਾ ਸਿਓ ਰੁਚ ਉਪਜਾਵੈ। ਅੰਤਰ ਬਾਹਰ ਸਦਾ ਸੰਗ ਪ੍ਰਭ, ਤਾ ਸਿਓ ਨੇਹੁ ਨਾ ਲਾਵੈ। ਨਾਨਕ ਮੁਕਤ ਤਾਹੇ ਤੁਮ ਮਾਨਹੁ, ਜਿਹ ਘਟ ਰਾਮ ਸਮਾਵੈ। ਅੰਤਰ ਬਾਹਰ ਸਦਾ ਸੰਗ ਪ੍ਰਭ, ਤਾ ਸਿਓ ਨੇਹੁ ਨਾ ਲਾਵੈ। ਨਾਨਕ ਮੁਕਤ ਤਾਹੇ ਤੁਮ ਮਾਨਹੁ, ਜਿਹ ਘਟ ਰਾਮ ਸਮਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਇਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਰਹਿਮਤ ਦੇ ਸਦਕਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਲੜੀਵਾਰ ਬਚਨਾਂ ਦੀ ਵਿਚਾਰ ਚੱਲ ਰਹੀ ਹੈ। ਅੱਜ ਜਿਸ ਪਾਵਨ ਬਚਨ ਦੀ ਆਪਾਂ ਨੇ ਵਿਚਾਰ ਕਰਨੀ ਹੈ ਸਾਧ ਸੰਗਤ, ਇਸ ਪਾਵਨ ਬਚਨ ਦੇ ਰਹਾਉ ਦੀ ਤੁਕ ਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ। ਕੋ ਮਾਈ ਭੁੱਲਿਓ ਮਨ ਸਮਝਾਵੈ, ਵੇਦ ਪੁਰਾਨ ਸਾਧ ਮਗ ਸੁਨ ਕਰ। ਨਿਮਖ ਨਾ ਹਰ ਗੁਣ ਗਾਵੈ। ਮਹਾਰਾਜ ਜੀ ਕਹਿੰਦੇ ਨੇ, ਹੇ ਮਾਈ, ਕੋਈ ਇਸ ਭੁੱਲੇ ਹੋਏ ਕੁਰਾਹੇ ਪਏ ਹੋਏ ਮਨ ਨੂੰ ਸਮਝਾਵੇ, ਕਿਉਂਕਿ ਹਾਲਾਤ ਐਸੇ ਨੇ ਕਿ ਇਹ ਧਾਰਮਿਕ ਗ੍ਰੰਥਾਂ ਨੂੰ ਵੀ ਸੁਣਦਾ ਹੈ, ਸਤਿਪੁਰਸ਼ਾਂ ਦੇ ਉਪਦੇਸ਼ ਵੀ ਸੁਣਦਾ ਹੈ, ਪਰ ਇੰਨੀਆਂ ਚੰਗੀਆਂ ਗੱਲਾਂ ਸੁਣ ਕੇ ਵੀ ਇੱਕ ਖਿਣ ਵੀ, ਇੱਕ ਨਿਮਖ ਵੀ ਉਸ ਪਰਮਾਤਮਾ ਦੇ ਗੁਣ ਨਹੀਂ ਗਾਉਂਦਾ। ਇਸ ਮਨ ਨੂੰ ਸਮਝਾਉਣਾ ਕਰੀਏ। ਸੋ ਇਹ ਰਹਾਉ ਦੀ ਤੁਕ ਹੈ ਸਾਧ ਸੰਗਤ। ਆਓ ਇਹਨਾਂ ਬਚਨਾਂ ਦੀ ਆਪਾਂ ਵਿਚਾਰ ਕਰਨੀ ਹੈ। ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ, ਆਓ ਸੁਰਤ ਨੂੰ ਇਕਾਗਰ ਕਰੀਏ ਔਰ ਸਤਿਗੁਰਾਂ ਦੀ ਬਖਸ਼ੀ ਫਤਿਹ ਦੇ ਵਿੱਚ ਹਾਜ਼ਰੀ ਭਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਖਸ਼ਿਸ਼ ਦੇ ਘਰ ਵਿੱਚ ਆ ਕਰਕੇ ਜੋ ਰਹਾਉ ਦੀ ਤੁਕ ਬਖਸ਼ਿਸ਼ ਕਰਦੇ ਨੇ। ਮਹਾਰਾਜ ਕਹਿੰਦੇ ਨੇ, ਕੋ ਮਾਈ ਭੁੱਲਿਓ ਮਨ ਸਮਝਾਵੇ। ਹੇ ਮਾਈ, ਕੋਈ ਇਸ ਕੁਰਾਹੇ ਪਏ ਹੋਏ, ਭਟਕੇ ਹੋਏ, ਭੁੱਲੇ ਹੋਏ ਮਨ ਨੂੰ ਸਮਝਾਵੇ। ਇਹ ਬੜੇ ਧਿਆਨ ਨਾਲ ਸਮਝਣ ਵਾਲੀਆਂ ਪੰਕਤੀਆਂ ਨੇ ਸਾਧ ਸੰਗਤ। ਸਭ ਤੋਂ ਪਹਿਲਾਂ ਤਾਂ ਆਪਾਂ ਇਹ ਸਮਝੀਏ ਵੀ ਭੁੱਲਿਓ ਮਨ। ਪਹਿਲਾਂ ਤਾਂ ਇਹ ਅਹਿਸਾਸ ਹੋਵੇ ਨਾ ਵੀ ਸਾਡਾ ਮਨ ਭੁੱਲਿਆ ਹੋਇਆ। ਜਿੰਨੀ ਦੇਰ ਤੱਕ ਇਹ ਅਹਿਸਾਸ ਹੀ ਨਹੀਂ ਹੋਵੇਗਾ ਵੀ ਮਨ ਭੁੱਲਿਆ ਪਿਆ, ਭਟਕਿਆ ਪਿਆ, ਕੁਰਾਹੇ ਪਿਆ ਹੋਇਆ, ਜਿੰਨੀ ਦੇਰ ਤੱਕ ਇਹ ਅਹਿਸਾਸ ਹੀ ਨਹੀਂ, ਫਿਰ ਉਨੀ ਦੇਰ ਤੱਕ ਸਮਝਾਇਆ ਵੀ ਨਹੀਂ ਜਾਣਾ। ਜਿੰਨੀ ਦੇਰ ਤੱਕ ਆਪਾਂ ਨੂੰ ਅਹਿਸਾਸ ਹੀ ਨਹੀਂ ਬਈ ਅਸੀਂ ਵਿਗੜੇ ਹੋਏ ਹਾਂ, ਅਸੀਂ ਮਾੜੇ ਹੋ ਗਏ ਹਾਂ, ਅਸੀਂ ਮੰਦੇ ਹੋ ਗਏ ਹਾਂ, ਉਨੀ ਦੇਰ ਤੱਕ ਅਸੀਂ ਚੰਗੇ ਬਣਨ ਲਈ ਉਪਰਾਲੇ ਕਰੀਏ, ਇਹ ਹੋ ਨਹੀਂ ਸਕਦਾ। ਅਸੀਂ ਚੰਗੇ ਬਣਨ ਦਾ ਉਦਮ ਤਾਂ ਹੀ ਕਰਾਂਗੇ ਨਾ ਜੇ ਅਹਿਸਾਸ ਹੋਵੇ ਵੀ ਮੇਰੇ ਅੰਦਰ ਮੈਲ ਆ ਗਈ, ਮੈਂ ਭਟਕ ਚੁੱਕਾ, ਕੁਰਾਹੇ ਪੈ ਗਏ। ਇਸੇ ਤਰ੍ਹਾਂ ਜਿੰਨੀ ਦੇਰ ਤੱਕ ਇਹ ਅਹਿਸਾਸ ਨਹੀਂ ਹੁੰਦਾ ਵੀ ਮਨ ਮੇਰਾ ਭੁੱਲ ਚੁੱਕਾ ਹੈ, ਭਟਕ ਚੁੱਕਾ ਹੈ, ਉਨੀ ਦੇਰ ਤੱਕ ਇਸ ਮਨ ਨੂੰ ਸਮਝਾਇਆ ਵੀ ਨਹੀਂ ਜਾਂਦਾ। ਪਹਿਲਾਂ ਅਹਿਸਾਸ ਹੋਵੇ ਵੀ ਮਨ ਭੁੱਲਿਆ ਹੋਇਆ। ਹੁਣ ਭੁੱਲਿਓ ਮਨ ਦੇ ਅਰਥ ਕੀ ਨੇ ਸਾਧ ਸੰਗਤ? ਮੰਨ ਲਓ ਸਾਧ ਸੰਗਤ, ਕਿਸੇ ਮੁਸਾਫਰ ਨੇ ਕਿਸੇ ਮੰਜ਼ਿਲ ਤੇ ਪਹੁੰਚਣਾ ਹੈ ਔਰ ਉਸ ਮੰਜ਼ਿਲ ਤੇ ਪਹੁੰਚਣ ਲਈ ਉਹ ਕਿਸੇ ਰਸਤੇ ਤੇ ਚੱਲ ਰਿਹਾ, ਔਰ ਉਸ ਮੰਜ਼ਿਲ ਤੇ ਪਹੁੰਚਣ ਲਈ ਜਿਹੜੇ ਰਸਤੇ ਤੇ ਚੱਲਣਾ ਚਾਹੀਦਾ ਸੀ ਉਹ ਮੁਸਾਫਰ ਉਸ ਰਸਤੇ ਤੇ ਨਹੀਂ ਚੱਲ ਰਿਹਾ, ਬਲਕਿ ਕਿਸੇ ਹੋਰ ਹੀ ਰਸਤੇ ਤੇ ਤੁਰਨ ਲੱਗ ਗਿਆ। ਤੇ ਆਪਾਂ ਅਕਸਰ ਫਿਰ ਕੀ ਕਹਿ ਦਿੰਨੇ ਆ? ਇਹ ਕਹਿ ਦਿੰਨੇ ਆ ਵੀ ਇਹ ਰਸਤਾ ਭਟਕ ਗਿਆ। ਕਿਉਂ ਕਹਿ ਦਿੱਤਾ ਜਾਂਦਾ ਵੀ ਰਸਤਾ ਭਟਕ ਗਿਆ, ਰਸਤਾ ਭੁੱਲ ਗਿਆ? ਇਸ ਕਰਕੇ ਕਹਿ ਦਿੱਤਾ ਜਾਂਦਾ ਵੀ ਮੰਜ਼ਿਲ ਤੇ ਪਹੁੰਚਣ ਲਈ ਜਿਹੜੇ ਰਸਤੇ ਤੇ ਚੱਲਣਾ ਚਾਹੀਦਾ ਸੀ ਉਸ ਰਸਤੇ ਤੇ ਨਹੀਂ ਚੱਲ ਰਿਹਾ, ਕਿਸੇ ਹੋਰ ਹੀ ਰਸਤੇ ਪੈ ਗਿਆ, ਤੇ ਕਹਿ ਦਿੱਤਾ ਜਾਂਦਾ ਵੀ ਰਸਤਾ ਭੁੱਲ ਗਿਆ। ਇਸੇ ਤਰ੍ਹਾਂ ਸਾਧ ਸੰਗਤ, ਇਹ ਮਨ ਜਿੱਥੇ ਲੱਗਣਾ ਚਾਹੀਦਾ ਸੀ ਉੱਥੇ ਨਹੀਂ ਲੱਗਿਆ, ਕਿਸੇ ਹੋਰ ਹੀ ਚੀਜ਼ਾਂ ਵੱਲ ਲੱਗ ਗਿਆ, ਇਹਨੂੰ ਕਹਿ ਦਿੰਦੇ ਨੇ ਵੀ ਮਨ ਭੁੱਲ ਗਿਆ। ਹੁਣ ਤੁਸੀਂ ਦੇਖੋ, ਮਨ ਕਿੱਥੇ ਲੱਗਣਾ ਚਾਹੀਦਾ ਸੀ? ਮਨ ਲੱਗਣਾ ਚਾਹੀਦਾ ਸੀ ਪਰਮਾਤਮਾ ਦੇ ਸ਼ਬਦ ਨਾਲ, ਪਰਮਾਤਮਾ ਦੇ ਚਰਨਾਂ ਨਾਲ। ਕਿਉਂਕਿ ਮਹਾਰਾਜ ਨੇ ਕਿਹਾ ਨਾ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਉਸ ਪਰਮਾਤਮਾ ਦੀ ਯਾਦ ਵਿੱਚ ਮਨ ਲੱਗਣਾ ਚਾਹੀਦਾ ਸੀ, ਪਰ ਮਹਾਰਾਜ ਕਹਿੰਦੇ ਜਿੱਥੇ ਲੱਗਣਾ ਚਾਹੀਦਾ ਸੀ ਉੱਥੇ ਨਹੀਂ ਲੱਗਿਆ, ਇਹ ਕਿਸੇ ਹੋਰ ਹੀ ਚੀਜ਼ਾਂ ਵੱਲ ਲੱਗਿਆ ਫਿਰਦਾ। ਮਨ ਲੱਗਣਾ ਚਾਹੀਦਾ ਸੀ ਪਰਮਾਤਮਾ ਨਾਲ, ਲੱਗਿਆ ਫਿਰਦਾ ਹੈ ਪਦਾਰਥਾਂ ਨਾਲ, ਲੱਗਿਆ ਫਿਰਦਾ ਹੈ ਵਕਾਰਾਂ ਨਾਲ। ਮਨ ਵਕਾਰਾਂ ਵਿੱਚ ਲੱਗਿਆ ਹੋਇਆ, ਮਨ ਕਾਮ ਦੇ ਵਿੱਚ ਲੱਗਿਆ ਪਿਆ, ਮਨ ਕ੍ਰੋਧ ਦੇ ਵਿੱਚ ਡੁੱਬਿਆ ਪਿਆ, ਮਨ ਹੰਕਾਰ ਦੇ ਵਿੱਚ ਡੁੱਬਿਆ ਪਿਆ। ਇਹਨੇ ਜੁੜਨਾ ਤਾਂ ਚਾਹੀਦਾ ਸੀ ਰੱਬ ਨਾਲ, ਜੁੜ ਵਕਾਰਾਂ ਨਾਲ ਗਿਆ ਹੈ, ਤੇ ਮਹਾਰਾਜ ਕਹਿੰਦੇ ਮਨ ਭੁੱਲਿਆ ਹੋਇਆ। ਇਸ ਕਰਕੇ ਮਹਾਰਾਜ ਕਹਿੰਦੇ, ਕੋ ਮਾਈ ਭੁੱਲਿਓ ਮਨ ਸਮਝਾਵੇ। ਇਸ ਭੁੱਲੇ ਹੋਏ ਮਨ ਨੂੰ ਸਮਝਾਈਏ। ਮਨ ਲੱਗਣਾ ਚਾਹੀਦਾ ਸੀ ਵਾਹਿਗੁਰੂ ਜੀ ਦੀ ਯਾਦ ਵਿੱਚ, ਪਰ ਮਹਾਰਾਜ ਕਹਿੰਦੇ ਹਾਲਾਤ ਕੀ ਨੇ? ਵੇਦ ਪੁਰਾਨ ਸਿਮਰਤ ਕੇ ਮਤ, ਸੁਨ ਨਿਮਖ ਨਾ ਹੀ ਐ ਬਸਾਵੇ, ਪਰ ਧਨ ਪਰ ਦਾਰਾ ਸਿਓ ਰਚਿਓ, ਬਿਰਥਾ ਜਨਮ ਸਰਾਵੇ। ਮਨ ਇਸਤਰੀ ਵਿੱਚ, ਪਰਾਈ ਇਸਤਰੀ ਵਿੱਚ ਲੱਗਾ ਹੋਇਆ, ਮਨ ਪਰਾਈ ਨਿੰਦਿਆ ਵਿੱਚ ਲੱਗਿਆ ਹੋਇਆ, ਮਨ ਪਰਾਏ ਧਨ ਵੱਲ ਲੱਗਿਆ ਹੋਇਆ। ਲੱਗਣਾ ਪਰਮਾਤਮਾ ਨਾਲ ਚਾਹੀਦਾ ਸੀ, ਲੱਗਿਆ ਪਦਾਰਥਾਂ ਵੱਲ ਹੋਇਆ, ਲੱਗਿਆ ਵਕਾਰਾਂ ਵੱਲ ਹੋਇਆ। ਮਹਾਰਾਜ ਕਹਿੰਦੇ ਵੇਦ ਪੁਰਾਨ ਸਿਮਰਤ ਕੇ ਮਤ, ਸੁਨ ਨਿਮਖ ਨਾ ਹੀ ਐ ਬਸਾਵੇ, ਪਰ ਧਨ ਪਰ ਦਾਰਾ ਸਿਓ ਰਚਿਓ, ਬਿਰਥਾ ਜਨਮ ਸਿਰਾਵੇ। ਮਨ ਮਾਇਆ ਕੈ ਭਇਓ ਬਾਵਰੋ, ਸੁਜਤ ਨਹਿ ਕਛ ਗਿਆਨਾ, ਘਟ ਹੀ ਭੀਤਰ ਬਸਤ ਨਿਰੰਜਨ, ਤਾਕੋ ਮਰਮ ਨਾ ਜਾਣਾ। ਜਿਹੜਾ ਪਰਮਾਤਮਾ ਹਿਰਦੇ ਵਿੱਚ ਵਸਦਾ ਹੈ ਉਹਦਾ ਭੇਦ ਨਹੀਂ ਜਾਣਦਾ, ਉਹਦੇ ਵੱਲ ਜੁੜਦਾ ਨਹੀਂ, ਪਰ ਜਿਸ ਚੀਜ਼ ਨੇ ਬਿਨਸ ਜਾਣਾ ਉਹਦੇ ਵੱਲ ਇਹ ਮਨ ਲੱਗਿਆ ਫਿਰਦਾ ਹੈ। ਭੁੱਲਿਓ ਮਨ, ਇਹਨੂੰ ਕਹਿੰਦੇ ਭੁੱਲਿਆ ਹੋਇਆ ਮਨ। ਜਹਾਂ ਜਾਣਾ ਸੋ ਥਾਨ ਵਿਸਾਰਿਓ, ਇੱਕ ਨਿਮਖ ਨਹੀਂ ਤੁਧ ਗਾਇਓ। ਤੇ ਮਹਾਰਾਜ ਕਹਿੰਦੇ ਪੁੱਤਰ ਕਲਤਰ ਗ੍ਰਹਿ ਦੇਖ ਸਮਗਰੀ, ਤਿਸ ਹੀ ਮੈਂ ਉਰਜਾਇਓ। ਇਹ ਪਰਿਵਾਰ ਦੇ ਮੋਹ ਵਿੱਚ ਡੁੱਬਿਆ ਪਿਆ, ਇਹ ਫੋਕੀ ਸੋਭਾ ਦੇ ਵਿੱਚ ਡੁੱਬਿਆ ਪਿਆ, ਇਹ ਪਰਾਏ ਔਗਣਾ ਚ ਡੁੱਬਿਆ ਪਿਆ, ਕਿਸੇ ਦੀ ਨਿੰਦਿਆ ਵਿੱਚ ਲੱਗਿਆ ਪਿਆ। ਪਰ ਲੱਗਣਾ ਪਰਮਾਤਮਾ ਨਾਲ ਚਾਹੀਦਾ ਸੀ। ਜੇ ਕੋਈ ਬੰਦਾ ਮੰਜ਼ਿਲ ਤੇ ਪਹੁੰਚਣ ਲਈ ਜਿਹੜੇ ਰਸਤੇ ਤੇ ਚੱਲਣਾ ਚਾਹੀਦਾ ਸੀ ਉਸ ਰਸਤੇ ਤੇ ਨਹੀਂ ਚੱਲ ਰਿਹਾ, ਕਿਸੇ ਹੋਰ ਰਸਤੇ ਤੇ ਹੀ ਤੁਰ ਪਿਆ, ਤੇ ਕਹਿ ਦਿੱਤਾ ਜਾਂਦਾ ਇਹ ਰਸਤਾ ਭੁੱਲ ਗਿਆ। ਮਨ ਪਰਮਾਤਮਾ ਨਾਲ ਲੱਗਣਾ ਚਾਹੀਦਾ ਸੀ, ਉੱਥੇ ਨਹੀਂ ਲੱਗਿਆ, ਇਹ ਹੋਰ ਹੀ ਚੀਜ਼ਾਂ ਨਾਲ ਵਕਾਰਾਂ ਨਾਲ ਲੱਗਿਆ ਫਿਰਦਾ ਹੈ। ਇਹਨੂੰ ਕਹਿੰਦੇ ਨੇ ਮਨ ਭੁੱਲ ਗਿਆ।
ਇਸ ਕਰਕੇ ਮਹਾਰਾਜ ਕਹਿੰਦੇ ਨੇ ਪਹਿਲਾਂ ਤਾਂ ਅਹਿਸਾਸ ਕਰੋ ਵੀ ਮਨ ਭੁੱਲਿਆ ਹੋਇਆ, ਤੇ ਫਿਰ ਇਸ ਭੁੱਲੇ ਹੋਏ ਮਨ ਨੂੰ, ਕੁਰਾਏ ਪਏ ਮਨ ਨੂੰ ਸਮਝਾਓ। ਕੋ ਮਾਈ ਭੁੱਲਿਓ ਮਨ ਸਮਝਾਵੇ, ਹੇ ਮਾਂ ਕੋਈ ਇਸ ਭਟਕੇ ਕੁਰਾਏ ਪਏ ਮਨ ਨੂੰ ਸਮਝਾਵੇ। ਔਰ ਇੱਕ ਮੈਂ ਇਹ ਬੇਨਤੀ ਕਰਦੇ ਹਾਂ ਸਾਧ ਸੰਗਤ, ਮਨ ਭਟਕ ਗਿਆ ਹੈ ਨਾ, ਇਹੀ ਕਾਰਨ ਹੈ ਵੀ ਫਿਰ ਸਾਡਾ ਕਿਰਦਾਰ ਵੀ ਨੀਵਾਂ ਹੋ ਗਿਆ, ਕਿਉਂਕਿ ਪਹਿਲਾਂ ਮਨ ਮੈਲਾ ਹੋਇਆ ਹੈ ਤੇ ਕਿਰਦਾਰ ਮੈਲਾ ਹੋਇਆ। ਮਹਾਰਾਜ ਦਾ ਬਚਨ ਆਉਂਦਾ ਨਾ, ਜੈਸੀ ਮਨਸਾ ਤੈਸੀ ਦਸਾ। ਜਿਹੋ ਜੀ ਸਾਡੀ ਮਨਸਾ ਹੋਵੇਗੀ ਨਾ, ਜਿਹੋ ਜੇ ਮਨ ਦੇ ਵਿੱਚ ਫੁਰਨੇ ਚੱਲਣਗੇ, ਮਨ ਜਿੱਥੇ ਜੁੜਿਆ ਹੋਵੇਗਾ, ਸਾਡੇ ਕਿਰਦਾਰ ਨੇ, ਸਾਡੇ ਹਾਲਾਤਾਂ ਨੇ ਵੀ ਉਵੇਂ ਦਾ ਹੀ ਬਣ ਜਾਣਾ। ਮਨ ਈਰਖਾ ਵਿੱਚ ਜੁੜਿਆ ਤੇ ਜ਼ੁਬਾਨ ਕਿਸੇ ਦੀ ਨਿੰਦਿਆ ਕਰਦੀ ਫਿਰਦੀ ਹੈ। ਮਨ ਕਾਮ ਦੇ ਵੱਲ ਲੱਗਿਆ ਹੋਇਆ ਹੈ ਤੇ ਅੱਖਾਂ ਪਰਾਇਆ ਤਨ ਦੇਖਦੀਆਂ ਨੇ। ਮਨ ਕ੍ਰੋਧ ਦੇ ਵੱਲ ਜੁੜਿਆ ਹੋਇਆ ਹੈ ਤੇ ਬੰਦਾ ਜ਼ੁਬਾਨ ਤੋਂ ਗਾਲਾਂ ਕੱਢ ਰਿਹਾ, ਈਰਖਾ ਦੇ ਵਿੱਚ ਗਾਲਾਂ ਕੱਢ ਰਿਹਾ। ਇੱਥੇ ਮੈਨੂੰ ਇੱਕ ਗੱਲ ਯਾਦ ਆ ਗਈ, ਕਈ ਵਾਰੀ ਕਈ ਸੱਜਣ ਕਹਿ ਦਿੰਦੇ ਹੁੰਦੇ ਨੇ ਕਿ ਅਖੇ ਜੀ ਮੈਂ ਗਾਲਾਂ ਤਾਂ ਕੱਢਦਾ ਪਰ ਮੇਰੇ ਮਨ ਦੇ ਵਿੱਚ ਕੁਝ ਨਹੀਂ, ਮੇਰਾ ਦਿਲ ਸਾਫ਼ ਹੈ, ਮੇਰਾ ਮਨ ਸਾਫ਼ ਹੈ, ਮੇਰੇ ਮਨ ਦੇ ਵਿੱਚ ਕੁਝ ਨਹੀਂ। ਉਂਝ ਗਾਲ ਨਿਕਲ ਜਾਂਦੀ ਹੈ ਜ਼ੁਬਾਨ ਤੋਂ। ਕਿਉਂ ਨਿਕਲ ਜਾਂਦੀ ਹੈ? ਕਹਿੰਦੇ ਇਸ ਕਰਕੇ ਨਿਕਲ ਜਾਂਦੀ ਹੈ ਕਿਉਂਕਿ ਜ਼ੁਬਾਨ ਤੇ ਚੜ ਗਈ ਹੈ ਗਾਲ, ਪਰ ਮਨ 'ਚ ਕੁਛ ਨਹੀਂ। ਮੈਂ ਇੱਥੇ ਬੇਨਤੀ ਕਰਾਂ ਸਾਧ ਸੰਗਤ, ਜਿਹੜੇ ਬੰਦੇ ਇਹ ਕਹਿੰਦੇ ਨੇ ਨਾ ਵੀ ਗਾਲ ਜਿਹੜੀ ਹੈ ਮੇਰੀ ਜ਼ੁਬਾਨ ਤੇ ਚੜ ਗਈ ਹੈ ਪਰ ਮੇਰੇ ਮਨ ਦੇ ਵਿੱਚ ਕੁਝ ਨਹੀਂ, ਉਹ ਝੂਠ ਬੋਲ ਰਹੇ ਨੇ, ਭੁਲੇਖੇ 'ਚ ਤੁਰੇ ਫਿਰਦੇ ਨੇ। ਐਸਾ ਨਹੀਂ ਹੈ, ਕਿਉਂਕਿ ਇੱਕ ਪਾਸੇ ਤਾਂ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ, ਜੈਸੀ ਮਨਸਾ ਤੈਸੀ ਦਸਾ। ਜਿਹੋ ਜੀ ਸਾਡੀ ਮਨਸਾ ਹੋਵੇਗੀ, ਜਿਹੋ ਜਿਹਾ ਸਾਡੇ ਮਨ ਦੇ ਫੁਰਨੇ ਹੋਣਗੇ, ਮਨ ਜਿੱਥੇ ਜੁੜਿਆ ਹੋਵੇਗਾ ਕਿਰਦਾਰ ਨੇ ਉੱਥੇ ਉਵੇਂ ਦਾ ਹੀ ਬਣ ਜਾਣਾ ਹੈ। ਮਨ ਦੇ ਵਿੱਚ ਮੈਲ ਹੈ ਤੇ ਜ਼ੁਬਾਨ ਤੇ ਗਾਲ ਚੜੀ ਹੈ, ਨਹੀਂ ਤੇ ਐਵੇਂ ਨਹੀਂ ਸੀ ਚੜਨੀ। ਮੈਂ ਥੋੜਾ ਜਿਹਾ ਨੁਕਤਾ ਹੋਰ ਥੋੜਾ ਜਿਹਾ ਗੰਭੀਰਤਾ ਨਾਲ ਦੱਸਾਂ। ਇਹ ਗੱਲ ਯਾਦ ਰੱਖਿਓ ਸਾਧ ਸੰਗਤ, ਜਿਹਦੇ ਮਨ ਦੇ ਵਿੱਚ ਪ੍ਰਮਾਤਮਾ ਇੰਨੀ ਡੂੰਘਾਈ ਦੇ ਨਾਲ ਵਸ ਜਾਵੇ, ਉਹਦੀ ਜ਼ੁਬਾਨ ਤੇ ਫਿਰ ਵਾਹਿਗੁਰੂ ਵਾਹਿਗੁਰੂ ਚੜ ਜਾਂਦਾ। ਚੜਨ ਦਾ ਮਤਲਬ ਕੀ ਹੁੰਦਾ? ਜਦੋਂ ਜਿਹੜੇ ਲੋਕ ਕਹਿ ਦਿੰਦੇ ਨੇ ਵੀ ਗਾਲ ਜ਼ੁਬਾਨ ਤੇ ਚੜ ਗਈ, ਇਹਦਾ ਮਤਲਬ ਕੀ ਹੋਇਆ ਕਿ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਗਾਲ ਕਦੋਂ ਨਿਕਲ ਜਾਂਦੀ ਜ਼ੁਬਾਨ ਤੋਂ। ਗੱਲਾਂ ਕਰਦੇ ਕਰਦੇ ਹੀ ਨਿਕਲ ਜਾਂਦੀ ਤੇ ਉਹਨੂੰ ਪਤਾ ਵੀ ਨਹੀਂ ਲੱਗਦਾ ਕਦੋਂ ਨਿਕਲ ਗਈ। ਇਹ ਐਵੇਂ ਹੀ ਨਹੀਂ ਨਿਕਲ ਜਾਂਦੀ, ਇਹ ਨਹੀਂ ਵੀ ਉਹਦਾ ਮਨ ਸਾਫ਼ ਹੈ ਬਸ ਐਵੇਂ ਹੀ ਨਿਕਲ ਗਈ। ਇਸ ਤਰ੍ਹਾਂ ਨਹੀਂ ਹੈ ਸਾਧ ਸੰਗਤ। ਆਹ ਨੁਕਤਾ ਧਿਆਨ ਨਾਲ ਸੁਣਿਓ, ਜਿਹਦੇ ਮਨ ਦੇ ਵਿੱਚ ਪ੍ਰਮਾਤਮਾ ਇੰਨੀ ਗਹਿਰਾਈ ਦੇ ਨਾਲ ਵਸ ਜਾਵੇ, ਉਹਦੀ ਜ਼ੁਬਾਨ ਤੇ ਫਿਰ ਵਾਹਿਗੁਰੂ ਵਾਹਿਗੁਰੂ ਚੜ ਜਾਂਦਾ। ਉਹਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਜ਼ੁਬਾਨ ਤੋਂ ਵਾਹਿਗੁਰੂ ਨਿਕਲ ਗਿਆ। ਗੱਲ ਗੱਲ ਤੇ ਵਾਹਿਗੁਰੂ ਨਿਕਲ ਜਾਂਦਾ। ਰੋਟੀ ਖਾਣ ਲੱਗਾ ਤੇ ਜ਼ੁਬਾਨ ਤੋਂ ਵਾਹਿਗੁਰੂ ਨਿਕਲ ਗਿਆ, ਪਤਾ ਹੀ ਨਹੀਂ ਲੱਗਿਆ ਕਦੋਂ ਨਿਕਲ ਗਿਆ। ਕਿਸੇ ਦਾ ਘਰ ਦੇਖ ਕੇ ਜ਼ੁਬਾਨ ਤੋਂ ਵਾਹਿਗੁਰੂ ਨਿਕਲ ਗਿਆ, ਕਿਸੇ ਦਾ ਦੁੱਖ ਦੇਖ ਕੇ ਜ਼ੁਬਾਨ ਤੋਂ ਵਾਹਿਗੁਰੂ ਨਿਕਲ ਗਿਆ, ਛਿੱਕ ਆਈ ਤੇ ਵਾਹਿਗੁਰੂ ਨਿਕਲ ਗਿਆ। ਜਦੋਂ ਬੰਦੇ ਦੇ ਮਨ ਦੇ ਵਿੱਚ ਪ੍ਰਮਾਤਮਾ ਵਸ ਜਾਵੇ, ਉਦੋਂ ਵਾਹਿਗੁਰੂ ਵਾਹਿਗੁਰੂ ਜ਼ੁਬਾਨ ਤੇ ਚੜ ਜਾਂਦਾ ਹੈ। ਔਰ ਜਿਹਦੇ ਮਨ ਦੇ ਵਿੱਚ ਮੈਲ ਗਹਿਰਾਈ ਨਾਲ ਵਸ ਜਾਵੇ, ਫਿਰ ਉਹਦੀ ਜ਼ੁਬਾਨ ਤੇ ਲੱਚਰਤਾ ਤੇ ਗਾਲਾਂ ਚੜ ਜਾਂਦੀਆਂ ਨੇ। ਜਿਹਦੇ ਮਨ ਦੇ ਵਿੱਚ ਮੈਲ ਤੇ ਔਗਣ ਇੰਨੀ ਗਹਿਰਾਈ ਦੇ ਨਾਲ ਵਸ ਚੁੱਕੇ ਨੇ, ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਜ਼ੁਬਾਨ ਤੋਂ ਗਾਲ ਨਿਕਲ ਗਈ। ਤੋ ਇਸ ਤਰ੍ਹਾਂ ਨਹੀਂ ਵੀ ਐਵੇਂ ਹੀ ਨਿਕਲ ਜਾਂਦੀ, ਮਨ ਸਾਫ਼ ਹੈ, ਨਹੀਂ, ਮਨ ਮੈਲਾ ਹੋਇਆ ਹੈ ਤੇ ਜ਼ੁਬਾਨ ਤੋਂ ਗਾਲ ਨਿਕਲੀ ਹੈ। ਇੱਕ ਹੋਰ ਮੈਂ ਨੁਕਤਾ ਤੁਹਾਡੇ ਸਨਮੁਖ ਸਾਂਝਾ ਕਰਦੇ ਹਾਂ ਸਾਧ ਸੰਗਤ। ਜਦੋਂ ਕੋਈ ਬੰਦਾ ਆਪਣੀ ਜ਼ੁਬਾਨ ਤੋਂ ਗਲਤ ਬੋਲਦਾ ਜਾਂ ਆਪਣੇ ਸਰੀਰ ਦੇ ਨਾਲ ਕੋਈ ਗਲਤ ਕਰਮ ਕਰਦਾ, ਇਹ ਗੱਲ ਯਾਦ ਰੱਖਿਓ ਸਾਧ ਸੰਗਤ, ਜੇ ਮੈਲ ਹੁਣੇ ਹੁਣੇ ਮਨ ਦੇ ਵਿੱਚ ਵੜੀ ਹੈ ਜਾਂ ਕੋਈ ਔਗਣ ਹੁਣੇ ਹੁਣੇ ਮਨ ਦੇ ਵਿੱਚ ਆਇਆ, ਤਾਂ ਉਹ ਬੰਦਾ ਜੇ ਜ਼ੁਬਾਨ ਤੋਂ ਗਾਲ ਕੱਢ ਰਿਹਾ, ਉਹਨੂੰ ਅਹਿਸਾਸ ਹੋ ਜਾਵੇਗਾ ਵੀ ਯਾਰ ਮੈਂ ਗਾਲ ਕੱਢਤੀ, ਗਲਤ ਕੀਤਾ, ਚੋਰੀ ਕਰ ਲਈ, ਯਾਰ ਮੈਂ ਗਲਤ ਕਰ ਰਿਹਾ। ਪਰਾਇਆ ਤਨ ਦੇਖਦਿਆਂ ਉਹਨੂੰ ਅਹਿਸਾਸ ਹੋਵੇਗਾ ਵੀ ਮੈਂ ਗਲਤ ਕਰ ਰਿਹਾ। ਹੁਣ ਗਲਤ ਕਰ ਤਾਂ ਰਿਹਾ, ਪਰ ਉਹਨੂੰ ਨਾਲ ਫੀਲ ਵੀ ਹੋ ਰਿਹਾ। ਜਦੋਂ ਬੰਦੇ ਨੂੰ ਗਲਤ ਕੰਮ ਕਰਨ ਤੋਂ ਬਾਅਦ ਫੀਲ ਵੀ ਹੋਵੇ, ਇਹਦਾ ਮਤਲਬ ਮੈਲ ਹਜੇ ਉੱਪਰ ਉੱਪਰ ਹੀ ਆ, ਭਾਵ ਹਜੇ ਹੁਣੇ ਹੁਣੇ ਮੈਲ ਆ ਰਹੀ ਹੈ। ਪਰ ਜਦੋਂ ਗਲਤ ਕੰਮ ਕਰਨ ਤੋਂ ਬਾਅਦ ਵੀ ਇਹਨੂੰ ਫੀਲ ਨਾ ਹੋਵੇ, ਅਹਿਸਾਸ ਨਾ ਹੋਵੇ, ਸਮਝੋ ਮਨ ਜਿਹੜੀ ਮੈਲ ਹੈ ਉਹ ਮਨ ਦੇ ਵਿੱਚ ਬੜੀ ਡੂੰਘਾਈ ਦੇ ਨਾਲ ਵਸ ਚੁੱਕੀ ਹੈ। ਜ਼ੁਬਾਨ ਤੋਂ ਗਾਲ ਕੱਢਦੇ ਆ, ਇਹਨੂੰ ਫੀਲ ਹੋ ਰਿਹਾ ਵੀ ਯਾਰ ਮੈਂ ਗਲਤ ਬੋਲ ਰਿਹਾ, ਸਮਝੋ ਮੈਲ ਹਜੇ ਉੱਪਰ ਉੱਪਰ ਹੀ ਹੈ। ਪਰ ਜੇ ਗਾਲ ਕੱਢ ਕੇ ਵੀ ਇਹਨੂੰ ਸ਼ਰਮ ਨਹੀਂ ਆ ਰਹੀ, ਮਹਿਸੂਸ ਨਹੀਂ ਹੋ ਰਿਹਾ, ਸਮਝੋ ਮੈਲ ਬੜੀ ਗਹਿਰਾਈ ਦੇ ਨਾਲ ਵਸ ਚੁੱਕੀ ਹੈ। ਮੈਲ ਕੋਈ ਹੁਣੇ ਹੁਣੇ ਦੀ ਨਹੀਂ, ਇਹ ਬੜੇ ਲੰਮੇ ਸਮੇਂ ਦੀ ਮੈਲ ਤੇ ਬੜੀ ਗਹਿਰਾਈ ਦੇ ਨਾਲ ਵਸ ਚੁੱਕੀ ਹੈ ਇਸ ਮਨ ਦੇ ਵਿੱਚ। ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਇਹ ਹਾਲਾਤ ਬਣ ਚੁੱਕੇ ਨੇ। ਮੈਂ ਛੋਟੀ ਜੀ ਉਦਾਹਰਨ ਲੈ ਲਵਾਂ ਕਿਉਂਕਿ ਨੁਕਤਾ ਸਮਝਣਾ ਬਹੁਤ ਜ਼ਰੂਰੀ ਹੈ ਸਾਧ ਸੰਗਤ।
ਮੰਨ ਲਓ ਜਿਹੜੇ ਸੱਜਣ ਕਾਰ ਚਲਾ ਲੈਂਦੇ ਨੇ, ਤੁਹਾਡੇ ਚੋਂ ਜਦੋਂ ਵੀ ਤੁਸੀਂ ਕਾਰ ਚਲਾਉਣ ਲੱਗੇ ਪਹਿਲਾਂ ਕਦੀ ਤਾਂ ਸਿੱਖੀ ਹੋਵੇਗੀ, ਭਾਵੇਂ ਕਿਸੇ ਨੇ ਟ੍ਰੇਨਿੰਗ ਸੈਂਟਰ ਦੇ ਵਿੱਚੋਂ ਸਿੱਖੀ ਹੋਵੇ, ਭਾਵੇਂ ਕਿਸੇ ਵੱਡੇ ਤੋਂ ਸਿੱਖੀ ਹੋਵੇ, ਭਾਵੇਂ ਆਪਣੇ ਆਪ ਸਿੱਖੀ ਹੋਵੇ। ਜਦੋਂ ਵੀ ਅਸੀਂ ਨਵੀਂ ਕਾਰ ਚਲਾਉਣੀ ਸਿੱਖਦੇ ਆ ਜਾਂ ਹੁਣੇ ਕਾਰ ਚਲਾਉਣ ਲੱਗੇ ਆ, ਉਦੋਂ ਦੇਖੋ ਕੀ ਹੁੰਦਾ ਹੈ। ਉਦੋਂ ਮੰਨ ਲਓ ਕਾਰ ਚਲਾਉਂਦਿਆਂ ਮੋੜ ਆ ਗਿਆ, ਮੈਂ ਕਿਹੜਾ ਗੇਅਰ ਪਾਉਣਾ ਹੈ, ਮੇਰਾ ਪੂਰਾ ਧਿਆਨ ਰਹਿੰਦਾ ਵੀ ਹੁਣ ਮੈਂ ਆਹ ਗੇਅਰ ਪਾਤਾ, ਕਿਉਂਕਿ ਉਦੋਂ ਹਜੇ ਨਵੀਂ ਸਿੱਖ ਰਹੇ ਆ ਨਾ ਕਾਰ ਚਲਾਉਣ। ਹੁਣ ਮੈਂ ਪਹਿਲਾ ਗੇਅਰ ਪਾਇਆ ਸੀ, ਅੱਛਾ ਧਿਆਨ 'ਚ ਰੱਖਦੇ ਯਾਰ ਪਹਿਲਾ ਗੇਅਰ ਸੀ, ਹੁਣ ਮੈਂ ਦੂਜਾ ਪਾਉਣਾ ਹੈ, ਹੁਣ ਤੀਜਾ ਪਾਉਣਾ ਹੈ, ਹੁਣ ਮੈਂ ਸਾਫ਼ ਰੋਡ ਤੇ ਆ, ਹੁਣ ਇੱਥੇ ਮੈਂ ਚੌਥਾ ਗੇਅਰ ਪਾ ਕੇ ਭਜਾਉਣੀ ਆ ਕਾਰ। ਜਦੋਂ ਬੰਦਾ ਨਵੀਂ ਕਾਰ ਚਲਾ ਰਿਹਾ, ਉਹਦਾ ਪੂਰਾ ਧਿਆਨ ਰਹਿੰਦਾ ਹੈ ਵੀ ਹੁਣ ਮੈਂ ਆਹ ਗੇਅਰ ਪਾਉਣਾ ਹੈ, ਹੁਣ ਮੈਂ ਕਲੱਚ ਦੱਬਣਾ, ਹੁਣ ਮੈਂ ਰੇਸ ਤੇ ਪੈਰ ਧਰਨਾ, ਹੁਣ ਮੈਂ ਬ੍ਰੇਕ ਦੱਬਣੀ ਆ। ਇਹ ਉਦੋਂ ਹੁੰਦਾ ਜਦੋਂ ਨਵੀਂ ਕਾਰ ਚਲਾਉਣੀ ਸਿੱਖ ਰਹੇ ਆ ਜਾਂ ਨਵੀਂ ਕਾਰ ਚਲਾ ਰਹੇ, ਹੁਣੇ ਚਲਾਉਣ ਲੱਗੇ। ਪਰ ਜਦੋਂ ਬੰਦੇ ਨੂੰ ਕਾਰ ਦਾ ਬੜਾ ਜ਼ਿਆਦਾ ਤਜਰਬਾ ਹੋ ਜਾਵੇ, ਬੜੀ ਜ਼ਿਆਦਾ ਪ੍ਰੈਕਟਿਸ ਹੋ ਜਾਵੇ ਨਾ ਸਾਧ ਸੰਗਤ, ਉਦੋਂ ਫਿਰ ਕੀ ਹੁੰਦਾ ਹੈ ਕਿ ਮੋੜ ਵੀ ਆ ਜਾਵੇ, ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਕਦੋਂ ਦੂਜਾ ਜਾਂ ਤੀਜਾ ਗੇਅਰ ਪਾ ਲਿਆ। ਸਾਫ਼ ਰੋਡ ਤੇ ਚੜ ਗਿਆ, ਇਸ ਆਪਾਂ ਕਹਿ ਦਿੰਦੇ ਜਿਵੇਂ ਹੱਥ ਤੇ ਚੜ ਗਈ ਇਹ ਕਾਰ। ਆਪਾਂ ਕਈ ਵਾਰੀ ਗੱਲਾਂ ਕਰਦੇ ਵੀ ਚਲਾ ਲੈਂਦੇ ਆ ਕਾਰ, ਪਤਾ ਹੀ ਨਹੀਂ ਲੱਗਦਾ ਕਦੋਂ ਕਿਹੜਾ ਗੇਅਰ ਪਾਤਾ ਤੇ ਬਿਲਕੁਲ ਸਹੀ ਪਾਈ ਜਾ ਰਹੇ ਆ। ਕਦੋਂ ਬ੍ਰੇਕ ਦੀ ਲੋੜ ਬ੍ਰੇਕ ਦੱਬ ਦਿੰਨੇ ਆ, ਜਦੋਂ ਰੇਸ ਦੀ ਲੋੜ ਰੇਸ ਕਰ ਦਿੰਨੇ ਆ, ਜਿਹੜੇ ਗੇਅਰ ਦੀ ਲੋੜ ਹੈ ਉਹ ਗੇਅਰ ਪਾ ਦਿੰਨੇ ਆ, ਪਤਾ ਹੀ ਨਹੀਂ ਲੱਗਦਾ ਵੀ ਇਹ ਕਿਵੇਂ ਕਰੀ ਜਾਂਦੇ ਆ ਸਾਰਾ ਕੁਝ। ਇਹ ਕਦੋਂ ਹੁੰਦਾ ਹੈ ਜਦੋਂ ਕਾਰ ਦੀ ਬਹੁਤ ਜ਼ਿਆਦਾ ਪ੍ਰੈਕਟਿਸ ਹੋ ਜਾਵੇ, ਉਹਨੂੰ ਕਹਿ ਦਿੰਦੇ ਨੇ ਵੀ ਕਾਰ ਇਹਦੇ ਹੱਥਾਂ ਤੇ ਹੀ ਚੜ ਗਈ, ਪਤਾ ਹੀ ਨਹੀਂ ਲੱਗਦਾ ਕਦੋਂ ਕਿਹੜਾ ਗੇਅਰ ਪਾ ਦਿੱਤਾ, ਭਾਵ ਇੰਨਾ ਤਜਰਬਾ ਹੋ ਗਿਆ। ਤੇ ਸਾਧ ਸੰਗਤ ਇਹ ਗੱਲ ਯਾਦ ਰੱਖਿਓ, ਜਦੋਂ ਔਗਣਾ ਦੀ ਇੰਨੀ ਜ਼ਿਆਦਾ ਪ੍ਰੈਕਟਿਸ ਹੋ ਜਾਵੇ, ਉਦੋਂ ਪਤਾ ਹੀ ਨਹੀਂ ਲੱਗਦਾ ਕਦੋਂ ਇਹ ਪਾਪ ਤੇ ਕੁਕਰਮ ਕਰਕੇ ਆ ਜਾਂਦਾ, ਤੇ ਕੋਈ ਸ਼ਰਮ ਨਹੀਂ ਆਉਂਦੀ ਇਹਨੂੰ ਕਰਕੇ। ਪਰ ਜੇ ਇਹਨੂੰ ਸ਼ਰਮ ਆ ਰਹੀ ਹੈ, ਮਤਲਬ ਹੁਣੇ ਹੀ ਔਗਣ ਆ ਰਹੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਗੱਲ ਯਾਦ ਰੱਖਿਓ, ਜੈਸੀ ਮਨਸਾ ਤੈਸੀ ਤਸਾ। ਜਿਵੇਂ ਦੀ ਮਨਸਾ ਹੋਵੇਗੀ ਉਵੇਂ ਦਾ ਤੇਰਾ ਕਿਰਦਾਰ ਬਣ ਜਾਣਾ ਹੈ। ਤੇਰੇ ਕਿਰਦਾਰ ਦੇ ਵਿੱਚੋਂ ਜੇ ਗਾਲਾਂ ਨਿਕਲ ਰਹੀਆਂ, ਤੇਰੀ ਜ਼ੁਬਾਨ ਗਾਲਾਂ ਕੱਢ ਰਹੀ ਏ, ਸਮਝ ਤੇਰਾ ਮਨ ਮੈਲਾ ਹੈ ਤਾਂ ਕੱਢ ਰਹੀ ਏ। ਅੱਖਾਂ ਪਰਾਇਆ ਤਨ ਦੇਖ ਰਹੀਆਂ ਨੇ, ਮਨ ਮੈਲਾ ਹੈ ਤੇ ਅੱਖਾਂ ਪਰਾਇਆ ਤਨ ਦੇਖ ਰਹੀਆਂ। ਮਨ ਮੈਲਾ ਹੈ ਤੇ ਹੱਥ ਚੋਰੀ ਕਰ ਰਹੇ ਨੇ, ਮਨ ਮੈਲਾ ਹੈ ਤੇ ਜ਼ੁਬਾਨ ਕਿਸੇ ਨੂੰ ਕਬੂਲ ਬੋਲ ਰਹੀ ਹੈ, ਮਨ ਮੈਲਾ ਹੈ ਤੇ ਪੈਰ ਠੇਕੇ ਵੱਲ ਤੁਰ ਰਹੇ ਨੇ, ਮਨ ਮੈਲਾ ਹੈ ਤਾਂ ਬੰਦਾ ਪਾਪ ਕਰ ਰਿਹਾ ਹੈ, ਮਨ ਮੈਲਾ ਹੈ ਤੇ ਬੰਦਾ ਕਿਸੇ ਦੇ ਨੁਕਸਾਨ ਦੀ ਭਾਵਨਾ ਰੱਖ ਰਿਹਾ ਹੈ। ਇਹ ਸਭ ਕੁਝ ਤਾਂ ਹੋ ਰਿਹਾ ਕਿਉਂਕਿ ਇਹਦਾ ਮਨ ਮੈਲਾ ਹੋ ਗਿਆ ਹੈ। ਤੇ ਜਿਹਦਾ ਮਨ ਸਾਫ਼ ਹੋਵੇ ਫਿਰ ਉਹਦੀ ਜ਼ੁਬਾਨ ਤੋਂ ਆਪਣੇ ਆਪ ਵਾਹਿਗੁਰੂ ਨਿਕਲਦਾ, ਆਪਣੇ ਆਪ ਸਰਬੱਤ ਦਾ ਭਲਾ ਨਿਕਲਦਾ, ਆਪਣੇ ਆਪ ਉਹਦੇ ਹੱਥੋਂ ਤੋਂ ਚੰਗੇ ਕਰਮ ਹੀ ਨਿਕਲਣਗੇ, ਆਪਣੇ ਆਪ ਉਹਦੀਆਂ ਅੱਖਾਂ ਹਰ ਕਿਸੇ ਚੋਂ ਮਾਵਾਂ ਭੈਣਾਂ ਤੇ ਧੀਆਂ ਹੀ ਦੇਖਣਗੀ। ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਬਖਾਨ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ, ਇਹ ਅਵਸਥਾ ਉਹਦੀ ਬਣਦੀ ਹੈ ਜਿਹਦਾ ਮਨ ਪਵਿੱਤਰ ਹੋ ਜਾਵੇ ਸਾਧ ਸੰਗਤ। ਪਰ ਜਿਹਦਾ ਮਨ ਭਟਕਿਆ ਪਿਆ ਉਹਦਾ ਕਿਰਦਾਰ ਵੀ ਫਿਰ ਨੀਵਾਂ ਤੇ ਗਿਰਿਆ ਹੋਇਆ ਹੋਵੇਗਾ। ਇੱਥੇ ਇੱਕ ਮੈਂ ਹੋਰ ਨੁਕਤਾ ਤੁਹਾਡੇ ਸਾਹਮਣੇ ਰੱਖਾਂ ਸਾਧ ਸੰਗਤ। ਕਈ ਵਾਰੀ ਨਾ ਅਸੀਂ ਆਪਣੇ ਕਿਰਦਾਰ ਦੇ ਪ੍ਰਤੀ ਵੀ ਕੁਝ ਭੁਲੇਖੇ ਪਾ ਲੈਂਦੇ ਹਾਂ ਕਿ ਮੈਂ ਤਾਂ ਜੀ ਮੇਰਾ ਤਾਂ ਚੰਗਾ ਹੀ ਕਿਰਦਾਰ ਹੈ, ਮੈਂ ਮਾੜਾ ਬੰਦਾ ਨਹੀਂ। ਤੁਸੀਂ ਦੇਖ ਲਓ ਕਿਹੜਾ ਬੰਦਾ ਹੈ ਸਾਧ ਸੰਗਤ ਜਿਹੜਾ ਇਹ ਕਹਿ ਦਿੰਦਾ ਵੀ ਮੈਂ ਮਾੜਾ। ਮੈਲੇ ਤੋਂ ਮੈਲਾ ਬੰਦਾ ਹੋਵੇ, ਮਾੜੇ ਤੋਂ ਮਾੜਾ ਬੰਦਾ ਹੋਵੇ, ਉਹ ਵੀ ਆਪਣੀ ਜ਼ੁਬਾਨ ਤੋਂ ਇਹੀ ਕਹੇਗਾ ਕਿ ਜੀ ਮੈਂ ਤਾਂ ਚੰਗਾ ਹੀ ਹਾਂ ਜੀ, ਮੇਰੇ 'ਚ ਕੋਈ ਔਗਣ ਨਹੀਂ ਹੈਗੇ ਬਹੁਤੇ। ਮਾੜੇ ਤੋਂ ਮਾੜਾ ਬੰਦਾ ਵੀ ਇਹ ਕਹਿੰਦਾ। ਕਾਰਨ ਕੀ ਹੈ? ਕਾਰਨ ਇਹ ਆ ਵੀ ਉਹਨੂੰ ਆਪਣੇ ਕਿਰਦਾਰ ਦੀ ਸੋਝੀ ਨਹੀਂ, ਆਪਣੇ ਕਿਰਦਾਰ ਦਾ ਅਹਿਸਾਸ ਹੀ ਨਹੀਂ। ਆਪਾਂ ਸਾਰੇ ਇਕੱਠ ਦੇ ਵਿੱਚ ਬੈਠੇ ਹਾਂ ਸਾਧ ਸੰਗਤ, ਇਹ ਨਾ ਸੋਚੋ ਵੀ ਇਸ ਇਕੱਠ ਦੇ ਵਿੱਚ ਬੈਠ ਕੇ ਜੋ ਕੁਝ ਦਿਖ ਰਿਹਾ ਇਹ ਸਾਡਾ ਅਸਲੀ ਕਿਰਦਾਰ ਹੈ। ਨਹੀਂ, ਆ ਮੈਂ ਹੁਣ ਬੋਲ ਰਿਹਾ ਤੇ ਹੁਣ ਮੇਰਾ ਕਿਰਦਾਰ ਜੋ ਤੁਹਾਨੂੰ ਦਿਖ ਰਿਹਾ ਹੈ ਮੇਰਾ ਅਸਲ ਕਿਰਦਾਰ ਨਹੀਂ। ਤੁਹਾਡੇ ਚੋਂ ਜਿੰਨੇ ਵੀ ਸੱਜਣ ਤੁਸੀਂ ਬੈਠੇ ਹੋ, ਜਿਹੜਾ ਕਿਰਦਾਰ ਸਾਡਾ ਇਕੱਠ ਦੇ ਵਿੱਚ ਦਿਖ ਰਿਹਾ ਹੈ ਉਹ ਸਾਡਾ ਅਸਲ ਕਿਰਦਾਰ ਨਹੀਂ ਹੁੰਦਾ ਸਾਧ ਸੰਗਤ। ਸਾਡੇ ਅਸਲੀ ਕਿਰਦਾਰ ਦੀ ਥੋੜੀ ਜਿਹੀ ਝਲਕ ਉਦੋਂ ਦਿਖ ਜਾਵੇਗੀ ਜਦੋਂ ਅਸੀਂ ਪਰਿਵਾਰ 'ਚ ਬੈਠੇ ਹਾਂ। ਕਿਉਂਕਿ ਜਿਹੜਾ ਬੰਦਾ ਇਕੱਠ ਦੇ ਵਿੱਚ ਬੈਠ ਕੇ ਜੀ ਕਰ ਰਿਹਾ ਸੀ, ਉਹੀ ਬੰਦਾ ਪਰਿਵਾਰ ਦੇ ਵਿੱਚ ਬੈਠ ਕੇ ਗਾਲਾਂ ਕੱਢ ਰਿਹਾ ਹੁੰਦਾ ਹੈ। ਕਿਉਂਕਿ ਜਦੋਂ ਬੰਦਾ ਇਕੱਠ ਦੇ ਵਿੱਚ ਬੈਠਦਾ ਹੈ ਨਾ, ਉਦੋਂ ਬੰਦਾ ਸਾਵਧਾਨ ਹੋ ਕੇ ਬੈਠਦਾ ਕਿ ਮੈਂ ਕੋਈ ਐਸਾ ਕੰਮ ਨਹੀਂ ਕਰਨਾ ਜਿਹਦੇ ਕਰਕੇ ਲੋਕਾਂ ਵਿੱਚ ਮੇਰੀ ਬਦਨਾਮੀ ਹੋ ਜਾਵੇ। ਪਰ ਪਰਿਵਾਰ ਦੇ ਵਿੱਚ ਉਹ ਕੁਝ ਘੁਲਿਆ ਮਿਲਿਆ ਹੁੰਦਾ। ਇਸ ਕਰਕੇ ਸਾਧ ਸੰਗਤ, ਜੋ ਕੁਝ ਇਕੱਠ ਦੇ ਵਿੱਚ ਸਾਡਾ ਦਿਖ ਰਿਹਾ ਹੈ ਇਹ ਸਾਡਾ ਅਸਲ ਕਿਰਦਾਰ ਨਹੀਂ। ਸਾਡੇ ਅਸਲ ਕਿਰਦਾਰ ਦੀ ਥੋੜੀ ਜਿਹੀ ਝਲਕ ਉਦੋਂ ਮਿਲ ਜਾਵੇਗੀ ਜਦੋਂ ਅਸੀਂ ਪਰਿਵਾਰ ਦੇ ਵਿੱਚ ਬੈਠੇ ਹਾਂ
ਤੇ ਸਾਡਾ ਕਿਰਦਾਰ ਥੋੜਾ ਜਿਹਾ ਹੋਰ ਸਾਫ਼ ਹੋ ਜਾਵੇਗਾ ਜਦੋਂ ਅਸੀਂ ਆਪਣੇ ਮਿੱਤਰਾਂ ਦੇ ਵਿੱਚ ਬੈਠੇ ਹਾਂ। ਕਿਉਂਕਿ ਕਈ ਵਾਰੀ ਬੰਦਾ ਓਨੀਆਂ ਖੁੱਲ੍ਹ ਕੇ ਗੱਲਾਂ ਪਰਿਵਾਰ 'ਚ ਨਹੀਂ ਕਰ ਪਾਉਂਦਾ ਜਿੰਨੀਆਂ ਖੁੱਲ੍ਹ ਕੇ ਗੱਲਾਂ ਆਪਣੇ ਮਿੱਤਰਾਂ ਨਾਲ ਕਰ ਲੈਂਦਾ। ਆਪਣੇ ਮਿੱਤਰਾਂ ਨਾਲ ਬੈਠੇ ਬੰਦੇ ਦਾ ਕਿਰਦਾਰ ਥੋੜਾ ਜਿਹਾ ਹੋਰ ਸਾਫ਼ ਹੋ ਜਾਂਦਾ ਤੇ ਬੰਦੇ ਦੇ ਕਿਰਦਾਰ ਦਾ ਸੀਸਾ ਬਿਲਕੁਲ ਉਦੋਂ ਸਾਫ਼ ਹੋ ਜਾਂਦਾ ਹੈ ਜਦੋਂ ਬੰਦ ਕਮਰੇ 'ਚ ਬੈਠਾ ਹੁੰਦਾ ਹੈ। ਬੰਦ ਕਮਰੇ 'ਚ ਬੈਠਾ ਕੀ ਕਰ ਰਿਹਾ, ਮੋਬਾਈਲ ਤੇ ਕੀ ਦੇਖਦਾ ਪਿਆ, ਉਦੋਂ ਬੈਠਾ ਕੀ ਸੋਚ ਰਿਹਾ, ਉਦੋਂ ਬੈਠਾ ਕੀ ਕਰ ਰਿਹਾ। ਜਦੋਂ ਦੁਨੀਆ ਦਾ ਕੋਈ ਬੰਦਾ ਨਹੀਂ ਦੇਖਦਾ ਉਦੋਂ ਬੈਠਾ ਬੰਦਾ ਕੀ ਕਰ ਰਿਹਾ, ਉਹ ਬੰਦੇ ਦਾ ਅਸਲ ਕਿਰਦਾਰ ਹੈ। ਸਾਧ ਸੰਗਤ, ਇਕੱਠ ਦੇ ਵਿੱਚ ਬੈਠਾ ਬੰਦਾ ਜੀ ਕਰ ਰਿਹਾ ਹੁੰਦਾ ਹੈ, ਕੱਲਾ ਬੈਠਾ ਬੰਦਾ ਮੋਬਾਈਲ ਤੇ ਲੱਚਰਤਾ ਦੇਖ ਰਿਹਾ ਹੁੰਦਾ। ਇਕੱਠ ਦੇ ਵਿੱਚ ਬੰਦਾ ਚੰਗੀਆਂ ਗੱਲਾਂ ਕਰ ਰਿਹਾ ਹੁੰਦਾ ਹੈ ਤੇ ਕੱਲਾ ਬੈਠਾ ਬੰਦਾ ਕਈ ਵਾਰੀ ਕੁਕਰਮ ਕਮਾ ਰਿਹਾ ਹੁੰਦਾ ਹੈ। ਬੰਦੇ ਦੇ ਅਸਲ ਕਿਰਦਾਰ ਦੀ ਝਲਕ, ਸਹੀ ਝਲਕ ਉਦੋਂ ਦਿਖਦੀ ਹੈ ਜਦੋਂ ਬੰਦਾ ਬੰਦ ਕਮਰੇ 'ਚ ਕੱਲਾ ਬੈਠਾ ਹੋਵੇ। ਤੇ ਅਸੀਂ ਜਦੋਂ ਆਪਣੇ ਆਪ ਨੂੰ ਸੁਧਾਰਨ ਨਿਕਲਣਾ ਹੈ ਨਾ, ਇਹ ਅਹਿਸਾਸ ਕਰਿਆ ਕਰੀਏ ਵੀ ਅਸੀਂ ਇਕੱਲੇ ਬੈਠੇ ਕੀ ਕਰਦੇ, ਉਹ ਮੇਰਾ ਅਸਲ ਕਿਰਦਾਰ ਹੈ ਤੇ ਉਹਨੂੰ ਅਸੀਂ ਸੁਧਾਰਨਾ ਹੈ। ਅਸੀਂ ਇੰਨਾ ਸੁਧਰਨਾ ਹੈ ਕਿ ਇਕੱਲੇ ਬੈਠੇ ਵੀ ਅਸੀਂ ਕੋਈ ਕੁਕਰਮ ਨਹੀਂ ਕਰਨਾ। ਬੰਦ ਕਮਰੇ 'ਚ ਵੀ ਅੱਖਾਂ ਤੋਂ ਕੁਝ ਗਲਤ ਨਹੀਂ ਦੇਖਣਾ, ਬੰਦ ਕਮਰੇ 'ਚ ਵੀ ਕੰਨਾਂ ਤੋਂ ਕੁਝ ਗਲਤ ਨਹੀਂ ਸੁਣਨਾ, ਬੰਦ ਕਮਰੇ 'ਚ ਵੀ ਕੋਈ ਕੁਕਰਮ ਨਹੀਂ ਕਰਨਾ। ਹੁਣ ਸਵਾਲ ਇਹ ਆ ਵੀ ਕਿਰਦਾਰ ਸੁਧਰੇ ਕਿਵੇਂ, ਇਹਨੂੰ ਸੁਧਾਰੀਏ ਕਿਵੇਂ, ਕਿਰਦਾਰ ਕਿਵੇਂ ਸੁਧਰੇਗਾ। ਤੇ ਸਤਿਗੁਰੂ ਜੀ ਕਹਿੰਦੇ ਕਿਰਦਾਰ ਸੁਧਰੇਗਾ ਉਸ ਤੋਂ ਪਹਿਲਾਂ ਮਨ ਨੂੰ ਸਮਝਾਓ, ਕਿਉਂਕਿ ਜਿੱਦਣ ਮਨ ਸੁਧਰ ਗਿਆ ਕਿਰਦਾਰ ਵੀ ਸੁਧਰ ਜਾਏਗਾ। ਜਿਸ ਦਿਨ ਮਨ ਦੇ ਵਿੱਚ ਕਾਮ ਹਾਵੀ ਨਹੀਂ ਹੋਵੇਗਾ ਅੱਖਾਂ ਪਰਾਇਆ ਤਨ ਦੇਖਣੀਆਂ ਬੰਦ ਕਰ ਦੇਣਗੀਆਂ। ਜਿਸ ਦਿਨ ਮਨ ਦੇ ਵਿੱਚ ਕ੍ਰੋਧ ਹਾਵੀ ਨਹੀਂ ਹੋਵੇਗਾ ਇਹ ਜ਼ੁਬਾਨ ਗਾਲਾਂ ਕੱਢਣਾ ਬੰਦ ਕਰ ਦੇਵੇਗੀ। ਜਿਸ ਦਿਨ ਮਨ ਦੇ ਵਿੱਚ ਲੋਭ ਹਾਵੀ ਨਹੀਂ ਹੋਵੇਗਾ ਉਸ ਦਿਨ ਹੱਥ ਚੋਰੀ ਕਰਨਾ ਬੰਦ ਕਰ ਦੇਣਗੇ। ਜਿਸ ਦਿਨ ਇਸ ਮਨ ਦੇ ਵਿੱਚ ਮੋਹ ਹਾਵੀ ਨਹੀਂ ਹੋਵੇਗਾ ਉਸ ਦਿਨ ਫਿਰ ਇਹ ਸਰੀਰ ਪਰਿਵਾਰ ਲਈ ਤੜਫਣਾ ਬੰਦ ਕਰ ਦੇਵੇਗਾ। ਪਹਿਲਾਂ ਮਨ ਨੂੰ ਸਮਝਾਈਏ ਤੇ ਮਨ ਨੂੰ ਸਮਝਾ ਕੇ ਪ੍ਰਮਾਤਮਾ ਦੇ ਨਾਲ ਜੋੜ ਦਈਏ ਤੇ ਮਹਾਰਾਜ ਕਹਿੰਦੇ ਇਹ ਕਿਰਦਾਰ ਵੀ ਆਪਣੇ ਆਪ ਸੁਧਰ ਜਾਵੇਗਾ। ਤੋ ਇਸ ਮਨ ਨੂੰ ਸਮਝਾਉਣਾ। ਪਰ ਮਹਾਰਾਜ ਕਹਿੰਦੇ ਇੱਕ ਮੁਸ਼ਕਲ ਹੋਰ ਹੈ, ਕਿਉਂਕਿ ਐਸਾ ਨਹੀਂ ਹੈ ਵੀ ਬੰਦਾ ਕੋਈ ਚੰਗੀਆਂ ਗੱਲਾਂ ਨਹੀਂ ਸੁਣਦਾ, ਕਿਉਂਕਿ ਆਪਾਂ ਸੋਚਦੇ ਹੁੰਦੇ ਨਾ ਵੀ ਚਲੋ ਮਨ ਨੂੰ ਸਮਝਾਉਣਾ ਫਿਰ ਚੰਗੀਆਂ ਗੱਲਾਂ ਸੁਣਨੀਆਂ ਸ਼ੁਰੂ ਕਰ ਦਿੰਦੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਵੀ ਨਹੀਂ, ਬੰਦਾ ਚੰਗੀਆਂ ਗੱਲਾਂ ਵੀ ਬੜੀਆਂ ਸੁਣਦਾ ਹੈ। ਮਹਾਰਾਜ ਨੇ ਤਾਂ ਹੀ ਬਚਨ ਕੀਤਾ ਨਾ, ਵੇਦ ਪੁਰਾਣ ਸਾਧ ਮਗ ਸੁਣ ਕਰ। ਬੰਦਾ ਧਾਰਮਿਕ ਗ੍ਰੰਥ ਵੀ ਸੁਣਦਾ, ਸਤਿਪੁਰਸ਼ਾਂ ਦੇ ਬਚਨ ਵੀ ਸੁਣਦਾ, ਪਰ ਮਹਾਰਾਜ ਕਹਿੰਦੇ ਨਿਮਖ ਨਾ ਹਰ ਗੁਣ ਗਾਵੇ। ਹੁਣ ਦੇਖੋ ਭੁੱਲਿਆ ਮਨ ਹੈ ਨਾ, ਭੁੱਲਿਆ ਮਨ ਪਰਮਾਤਮਾ ਨਾਲ ਨਹੀਂ ਜੁੜਦਾ, ਉਹਦੇ ਗੁਣਾਂ ਨਾਲ ਨਹੀਂ ਲੱਗਿਆ, ਕਿਸੇ ਹੋਰ ਹੀ ਚੀਜ਼ਾਂ ਨਾਲ ਲੱਗ ਗਿਆ, ਪਦਾਰਥਾਂ ਨਾਲ ਲੱਗ ਗਿਆ, ਵਿਕਾਰਾਂ ਨਾਲ ਜੁੜ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਨਿਮਖ ਨਾ ਹਰ ਗੁਣ ਗਾਵੇ। ਇਹ ਇਸ ਕਰਕੇ ਮਨ ਭੁੱਲਿਆ ਹੋਇਆ ਕਿਉਂਕਿ ਨਿਮਖ ਵੀ ਉਹਦੇ ਗੁਣ ਨਹੀਂ ਗਾਉਂਦਾ। ਤੇ ਮਹਾਰਾਜ ਕਹਿੰਦੇ ਨੇ ਇਹ ਧਾਰਮਿਕ ਗ੍ਰੰਥਾਂ ਦੀਆਂ ਵਿਚਾਰਾਂ ਵੀ ਸੁਣਦਾ ਹੈ, ਸਤਿਪੁਰਸ਼ਾਂ ਦੀਆਂ ਚੰਗੀਆਂ ਗੱਲਾਂ ਵੀ ਸੁਣਦਾ ਹੈ, ਤੇ ਕਮਾਲ ਦੀ ਗੱਲ ਗਾਉਂਦਾ ਫਿਰ ਵੀ ਨਹੀਂ ਉਹਦੇ ਗੁਣ, ਪਰਮਾਤਮਾ ਨਾਲ ਫਿਰ ਵੀ ਨਹੀਂ ਜੁੜਦਾ। ਤਾਂ ਹੀ ਸਤਿਗੁਰਾਂ ਦਾ ਇੱਕ ਬਚਨ ਆਉਂਦਾ ਜੀ ਗੁਰਬਾਣੀ ਦੇ ਵਿੱਚ, ਮਹਾਰਾਜ ਕਹਿੰਦੇ ਨੇ ਪੜੀਆ ਕਵਨ ਕੁਮਤ ਤੁਮ ਲਾਗੇ। ਹੁਣ ਤੁਸੀਂ ਦੇਖੋ ਪੜੀਆ ਦਾ ਅਰਥ ਕੀ ਹੁੰਦਾ ਹੈ ਕਿ ਜਿਹੜਾ ਪੜ੍ਹਿਆ ਲਿਖਿਆ ਵਿਦਵਾਨ ਬੰਦਾ। ਹੁਣ ਆਮ ਤੌਰ ਤੇ ਕਈ ਵਾਰੀ ਕਹਿ ਦਿੰਦੇ ਆ ਜੀ ਵਿਦਵਾਨ ਬੰਦਾ, ਇਹ ਗਲਤੀ ਕਿਵੇਂ ਕਰ ਸਕਦਾ, ਵਿਦਵਾਨ ਬੰਦਾ ਤਾਂ ਤਾਰੀ ਜਾਵੇਗਾ ਨਾ। ਪਰ ਮਹਾਰਾਜ ਸ਼ਬਦ ਵਰਤ ਰਹੇ ਨੇ ਪੜੀਆ ਕਵਨ ਕੁਮਤ ਤੁਮ ਲਾਗੇ। ਹੇ ਵਿਦਵਾਨ ਪੰਡਤ, ਹੇ ਪੜ੍ਹੇ ਲਿਖੇ ਇਨਸਾਨ, ਤੂੰ ਕਿਹੜੀ ਭੈੜੀ ਮੱਤ ਵਿੱਚ ਪੈ ਗਿਆ। ਬੂਡੋਗੇ ਪਰਿਵਾਰ ਸਕਲ ਸਿਓ ਰਾਮ ਨਾ ਜਪੋ ਅਭਾਗੇ। ਤੂੰ ਡੁੱਬੇਗਾ, ਪੂਰੇ ਪਰਿਵਾਰ ਸਮੇਤ ਡੁੱਬੇਗਾ। ਇਹ ਨਾ ਸੋਚੀ ਵੀ ਤੂੰ ਪੜ੍ਹ ਲਿਖ ਗਿਆ, ਵਿਦਵਾਨ ਬਣ ਗਿਆ ਤੇ ਡੁੱਬ ਨਹੀਂ ਸਕਦਾ। ਮਹਾਰਾਜ ਕਹਿੰਦੇ ਤੂੰ ਧਾਰਮਿਕ ਗ੍ਰੰਥ ਸੁਣਦਾ ਵੀ ਬਹੁਤ ਏ, ਪੜ੍ਹਦਾ ਵੀ ਬਹੁਤ ਏ, ਸੁਣਾਉਂਦਾ ਵੀ ਬਹੁਤ ਏ, ਪਰ ਫਿਰ ਵੀ ਡੁੱਬੇਗਾ, ਪੂਰੇ ਪਰਿਵਾਰ ਸਮੇਤ ਡੁੱਬੇਗਾ। ਕਿਉਂ? ਕਿਉਂਕਿ ਪੜ੍ਹ ਕੇ ਵੀ ਤੂੰ ਉਸ ਚੀਜ਼ ਨੂੰ ਆਪਣੇ ਕਿਰਦਾਰ ਤੇ ਆਪਣੇ ਜੀਵਨ ਤੇ ਧਾਰਨ ਨਹੀਂ ਕੀਤਾ। ਵੇਦ ਪੁਰਾਣ ਸਾਧ ਮਗ ਸੁਣ ਕਰ, ਨਿਮਖ ਨਾ ਹਰ ਗੁਣ ਗਾਵੇ। ਪੜੀਆ ਕਵਨ ਕੁਮਤ ਤੁਮ ਲਾਗੇ, ਬੂਡੋਗੇ ਪਰਿਵਾਰ ਸਕਲ ਸਿਓ ਰਾਮ ਨਾ ਜਪੋ ਅਭਾਗੇ। ਤੇ ਮਹਾਰਾਜ ਕਹਿੰਦੇ ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਤ ਨਹੀਂ ਜਾਨੀ, ਕੈਸੇ ਉਤਰਸ ਪਾਰਾ। ਮਹਾਰਾਜ ਕਹਿੰਦੇ ਨੇ ਕਿ ਜੇ ਤੂੰ ਪੜ੍ਹ ਲਿਖ ਕੇ ਵੀ ਆਪਣੇ ਜੀਵਨ ਤੇ ਉਹ ਚੰਗੀਆਂ ਗੱਲਾਂ ਧਾਰਨ ਨਹੀਂ ਕੀਤੀਆਂ, ਉਸ ਪ੍ਰਮਾਤਮਾ ਦੇ ਗੁਣ ਨਹੀਂ ਗਾਏ, ਤੇ ਇਹ ਪੜ੍ਹਨਾ ਲਿਖਣਾ ਤੇਰਾ ਪਤਾ ਕਿਵੇਂ? ਇਹ ਇਸ ਤਰ੍ਹਾਂ ਹੈ ਜਿਵੇਂ ਇੱਕ ਖੋਤੇ ਤੇ ਚੰਦਨ ਦਾ ਲੇਪਨ ਕੀਤਾ ਹੋਵੇ। ਹੁਣ ਚੰਦਨ ਕੀ ਚੀਜ਼ ਆ? ਚੰਦਨ ਉਹ ਜਿਸ ਦੀ ਖੁਸ਼ਬੂ ਸਾਰਿਆਂ ਨੂੰ ਮਸਤ ਕਰ ਦਿੰਦੀ ਹੈ।
ਚੰਦਨ ਦੀ ਇੰਨੀ ਜ਼ਿਆਦਾ ਖੁਸ਼ਬੂ ਕਿ ਬੰਦੇ ਦੇ ਬੜਾ ਖੁਸ਼ ਹੋ ਜਾਂਦਾ, ਮਹਿਕਣ ਲੱਗ ਪੈਂਦਾ ਬੰਦਾ ਚੰਦਨ ਦੀ ਖੁਸ਼ਬੂ ਦੇ ਕੋਲ ਹੋ ਕੇ। ਪਰ ਜਿਹੜੀ ਚੰਦਨ ਦੀ ਖੁਸ਼ਬੂ ਹਰ ਇੱਕ ਚੀਜ਼ ਨੂੰ ਮਹਿਕਣ ਲਾ ਦਿੰਦੀ ਏ, ਉਹ ਚੰਦਨ ਦਾ ਲੇਪਣ ਵੀ ਕਰ ਦਿਓ ਖੋਤੇ ਤੇ, ਉਹਨੂੰ ਕੋਈ ਅਸਰ ਨਹੀਂ ਹੋਣਾ, ਉਹਨੂੰ ਕੋਈ ਫਰਕ ਨਹੀਂ ਪੈਣਾ। ਜਿਵੇਂ ਖੋਤੇ ਤੇ ਚੰਦਨ ਦਾ ਲੇਪਣ ਵੀ ਕਰਦੇ ਹੋ, ਖੋਤੇ ਨੂੰ ਕੋਈ ਫਰਕ ਨਹੀਂ ਪੈਂਦਾ। ਮਹਾਰਾਜ ਕਹਿੰਦੇ ਬੰਦਾ ਇੰਨੀਆਂ ਚੰਗੀਆਂ ਗੱਲਾਂ ਸੁਣ ਕੇ, ਪੜ੍ਹ ਕੇ, ਸੁਣਾ ਕੇ ਵੀ ਇਹਦੇ ਜੀਵਨ ਤੇ ਫਰਕ ਨਹੀਂ ਪਿਆ, ਤੇ ਇਹਦੇ ਤੇ ਫਿਰ ਖੋਤੇ 'ਚ ਫਰਕ ਕੀ ਹੋਇਆ? ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਤ ਨਹੀਂ ਜਾਨੀ, ਕੈਸੇ ਉਤਰ ਸਪਾਰਾ। ਤੇ ਸਤਿਗੁਰੂ ਜੀ ਨੇ ਸਪਸ਼ਟ ਕੀਤਾ, ਭਾਈ ਗੁਰਦਾਸ ਜੀ ਦਾ ਇੱਕ ਬਚਨ ਆਉਂਦਾ ਹੈ, ਮਹਾਰਾਜ ਕਹਿੰਦੇ ਜੇ ਧਾਰਮਿਕ ਗ੍ਰੰਥ ਸੁਣਦੇ ਹੋ, ਪੜ੍ਹਦੇ ਹੋ, ਸੁਣਾਉਂਦੇ ਹੋ, ਤੁਸੀਂ ਉੱਚੀ ਪਦਵੀ ਤੇ ਉਦੋਂ ਪਹੁੰਚੋਗੇ ਜਦੋਂ ਉਹਨੂੰ ਆਪਣੇ ਜੀਵਨ ਤੇ ਕਮਾਓਗੇ, ਮਨ ਨੂੰ ਸਮਝਾਓਗੇ। ਪਰ ਜੇ ਕੇਵਲ ਪੜ੍ਹ ਲਿਆ, ਸੁਣ ਲਿਆ, ਮੈਂ ਇਹ ਨਹੀਂ ਕਹਿੰਦਾ ਵੀ ਪੜ੍ਹਨਾ ਸੁਣਨਾ, ਇਹ ਪਹਿਲਾ ਸਟੈਪ ਹੈ ਸਾਧ ਸੰਗਤ। ਜਿਹੜੇ ਸੁਣਦੇ ਵੀ ਨਹੀਂ ਗੁਰਬਾਣੀ, ਪੜ੍ਹਦੇ ਵੀ ਨਹੀਂ, ਉਹ ਤਾਂ ਜਮਾਂ ਹੀ ਗਿਰੇ ਹੋਏ ਨੇ ਨਾ ਸਾਧ ਸੰਗਤ। ਪਰ ਜਿਹੜੇ ਸੁਣ ਕੇ, ਪੜ੍ਹ ਕੇ ਫਿਰ ਵੀ ਜੀਵਨ ਤੇ ਕਮਾਉਂਦੇ ਨਹੀਂ, ਬੜੇ ਵੱਡੇ ਮੰਦਭਾਗੇ ਨੇ। ਉਹਨਾਂ ਤੋਂ ਵੱਡੇ ਮੰਦਭਾਗੇ ਨਹੀਂ ਕੋਈ ਹੋ ਸਕਦੇ, ਕਿਉਂਕਿ ਕਮਲ ਦੇ ਫੁੱਲ ਦੇ ਕੋਲ ਹੋ ਕੇ ਵੀ ਕਮਲ ਦੇ ਫੁੱਲ ਦੀ ਕੋਈ ਕਦਰ ਨਹੀਂ ਜਾਣਦੇ। ਭਾਈ ਗੁਰਦਾਸ ਜੀ ਨੇ ਬਚਨ ਕੀਤਾ, ਕਹਿੰਦੇ ਪੂਛਤ ਪਥਕ ਤੇ ਮਾਰਗ ਨਾ ਧਾਰੈ ਪਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸਹਿ ਜਾਈ। ਮੰਨ ਲਓ ਕਿਸੇ ਮੁਸਾਫਰ ਨੇ ਮੰਜ਼ਿਲ ਤੇ ਪਹੁੰਚਣਾ ਹੋਵੇ, ਰਸਤਾ ਉਹਨੂੰ ਪਤਾ ਨਹੀਂ, ਤੇ ਕਿਸੇ ਤੋਂ ਪੁੱਛਣ ਲੱਗ ਜਾਵੇ ਵੀ ਭਾਈ ਮੈਨੂੰ ਦੱਸ, ਮੈਂ ਫਲਾਣੇ ਟਿਕਾਣੇ ਤੇ ਪਹੁੰਚਣਾ, ਮੈਂ ਕਿਵੇਂ ਪਹੁੰਚਾਂ? ਤੇ ਕਿਸੇ ਦੇ 10 ਮਿੰਟ ਵਿਅਰਥ ਕਰਕੇ ਚੰਗੀ ਤਰ੍ਹਾਂ ਪੁੱਛ ਲਿਆ ਵੀ ਇਸ ਰਸਤੇ ਮੁੜਨਾ ਹੈ, ਉਸ ਰਸਤੇ ਮੁੜਨਾ ਹੈ। ਇੰਨਾ ਪੁੱਛ ਕੇ ਵੀ ਜੇ ਉਹਨੇ ਉਸ ਰਸਤੇ ਤੇ ਪੈਰ ਹੀ ਨਹੀਂ ਧਰਿਆ, ਕਿ ਕੇਵਲ ਪੁੱਛ ਲੈਣ ਦੇ ਨਾਲ ਮੰਜ਼ਿਲ ਤੇ ਪਹੁੰਚ ਜਾਵੇਗਾ? ਭਾਈ ਗੁਰਦਾਸ ਜੀ ਕਹਿੰਦੇ ਤੂੰ ਕਿਸੇ ਨੂੰ ਪੁੱਛ ਲਿਆ ਵੀ ਉਸ ਮੰਜ਼ਿਲ ਤੇ ਕਿਵੇਂ ਪਹੁੰਚਣਾ ਹੈ, ਜਿੰਨੀ ਦੇਰ ਤੱਕ ਰਸਤੇ ਤੇ ਤੁਰਦਾ ਨਹੀਂ, ਉਨੀ ਦੇਰ ਤੱਕ ਮੰਜ਼ਿਲ ਤੇ ਪਹੁੰਚਿਆ ਨਹੀਂ ਜਾਣਾ। ਪੂਛਤ ਪਥਕ ਤੇ ਮਾਰਗ ਨਾ ਧਾਰੈ ਪਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸਹਿ ਜਾਈਐ। ਪੂਛਤ ਹੈ ਬੈਦ ਖਾਦ ਔਖਦ ਨਾ ਸੰਜਮ ਸਹਿ, ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਐ। ਮੰਨ ਲਓ ਕਿਸੇ ਦੇ ਤਨ ਤੇ ਰੋਗ ਲੱਗਾ ਹੋਵੇ, ਤਾਂ ਕਿਸੇ ਡਾਕਟਰ ਕੋਲ ਜਾ ਕੇ ਕਵੇ ਵੀ ਮੇਰੇ ਤਨ ਤੇ ਰੋਗ ਲੱਗਾ, ਮੈਨੂੰ ਠੀਕ ਕਰੋ। ਡਾਕਟਰ ਦਵਾਈ ਵੀ ਦੇ ਦਵੇ ਤੇ ਸੰਜਮ ਰੱਖਣ ਲਈ ਵੀ ਕਹਿ ਦਵੇ। ਹੁਣ ਡਾਕਟਰ ਤੋਂ ਚੰਗੀ ਤਰ੍ਹਾਂ ਪੁੱਛ ਤਾਂ ਲਿਆ ਵੀ ਮੈਂ ਤੰਦਰੁਸਤ ਕਿਵੇਂ ਹੋਣਾ ਹੈ, ਪਰ ਪੁੱਛ ਕੇ ਵੀ ਜੇ ਡਾਕਟਰ ਦੀ ਕਈ ਗੱਲ ਮੰਨੀ ਨਹੀਂ, ਤੇ ਕੀ ਬੰਦਾ ਕੇਵਲ ਪੁੱਛਣ ਦੇ ਨਾਲ ਤੰਦਰੁਸਤ ਹੋ ਜਾਂਦਾ? ਫਿਰ ਤੀਸਰੀ ਉਦਾਹਰਨ ਭਾਈ ਗੁਰਦਾਸ ਜੀ ਨੇ ਲਈ, ਕਹਿੰਦੇ ਮੰਨ ਲਓ ਕੋਈ ਦੁਹਾਗਨ ਹੋਵੇ, ਉਹਦਾ ਪਤੀ ਉਹਦੇ ਤੇ ਖੁਸ਼ ਨਹੀਂ, ਤੇ ਉਹ ਦੁਹਾਗਨ ਕਿਸੇ ਸੁਹਾਗਨ ਨੂੰ ਜਾ ਕੇ ਪੁੱਛੇ ਵੀ ਭੈਣੇ ਮੈਨੂੰ ਦੱਸ ਪਤੀ ਕਿਵੇਂ ਖੁਸ਼ ਕਰੀਦਾ, ਤੇ ਸੁਹਾਗਨ ਬਣਨ ਦੇ ਸਾਰੇ ਲੱਛਣ ਦੱਸ ਦਵੇ, ਤੇ ਇੱਕ ਦੁਹਾਗਨ ਸੁਹਾਗਨ ਤੋਂ ਸਾਰੀਆਂ ਗੱਲਾਂ ਪੁੱਛ ਕੇ ਜੇ ਜੀਵਨ ਤੇ ਕਮਾਉਂਦੀ ਨਹੀਂ, ਤੇ ਭਾਈ ਗੁਰਦਾਸ ਕਹਿੰਦੇ ਇਸ ਤਰ੍ਹਾਂ ਪਤੀ ਖੁਸ਼ ਨਹੀਂ ਹੋ ਜਾਂਦਾ। ਗੱਲ ਧਿਆਨ ਨਾਲ ਸੁਣਿਓ ਸਾਧ ਸੰਗਤ, ਜੇ ਕੋਈ ਮੁਸਾਫਰ ਕਿਸੇ ਤੋਂ ਰਸਤਾ ਪੁੱਛ ਲਵੇ, ਕੇਵਲ ਪੁੱਛ ਲੈਣ ਦੇ ਨਾਲ ਕੋਈ ਮੰਜ਼ਿਲ ਤੇ ਨਹੀਂ ਪਹੁੰਚ ਜਾਂਦਾ। ਜੇ ਕੋਈ ਰੋਗੀ ਡਾਕਟਰ ਤੋਂ ਸਾਰੀਆਂ ਸਲਾਹਾਂ ਲੈ ਲਵੇ, ਦਵਾਈ ਲੈ ਲਵੇ, ਤੇ ਕੇਵਲ ਸਲਾਹਾਂ ਪੁੱਛ ਲੈਣ ਦੇ ਨਾਲ ਕੋਈ ਤੰਦਰੁਸਤ ਨਹੀਂ ਹੋ ਜਾਂਦਾ। ਦੁਹਾਗਨ ਪੁੱਛ ਦੀ ਰਵੇ ਸੁਹਾਗਨ ਨੂੰ ਪਤੀ ਨੂੰ ਖੁਸ਼ ਕਰਨ ਦੇ ਤਰੀਕੇ, ਤੇ ਕੇਵਲ ਪੁੱਛ ਲੈਣ ਦੇ ਨਾਲ ਪਤੀ ਖੁਸ਼ ਨਹੀਂ ਹੋ ਜਾਂਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਕੋਈ ਧਾਰਮਿਕ ਗ੍ਰੰਥਾਂ ਨੂੰ ਸੁਣ ਲਵੇ, ਪੜ੍ਹ ਲਵੇ, ਗਾ ਲਵੇ, ਕੇਵਲ ਇਸ ਤਰ੍ਹਾਂ ਕਰਨ ਦੇ ਨਾਲ ਉਸ ਪਰਮਾਤਮਾ 'ਚ ਅਭੇਦ ਨਹੀਂ ਹੋਇਆ ਜਾਂਦਾ। ਕੇਵਲ ਇਸ ਤਰ੍ਹਾਂ ਕਰਨ ਦੇ ਨਾਲ ਉੱਚਾ ਜੀਵਨ ਨਹੀਂ ਹੁੰਦਾ। ਉੱਚਾ ਜੀਵਨ ਤਾਂ ਹੋਵੇਗਾ ਜੇ ਪੜ੍ਹ ਕੇ ਸੁਣ ਕੇ ਉਹਨੂੰ ਜੀਵਨ ਤੇ ਕਮਾਵਾਂਗੇ ਵੀ। ਭਾਈ ਗੁਰਦਾਸ ਜੀ ਦਾ ਬਚਨ ਹੈ, ਪੂਛਤ ਪਥਕ ਤੇ ਮਾਰਗ ਨਾ ਧਾਰੈ ਪਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸਹਿ ਜਾਈਐ। ਪੂਛਤ ਹੈ ਬੈਦ ਖਾਦ ਔਖਦ ਨਾ ਸੰਜਮ ਸਹਿ, ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਐ। ਪੂਛਤ ਸੁਹਾਗਨ ਹੈ ਕਰਮ ਦੁਹਾਗਨ ਕੇ, ਹਿਰਦੈ ਵਿਚਾਰ ਕਤ ਸੇਜਾ ਬੁਲਾਈਐ। ਗਾਏ ਸੁਣੇ ਆਖੈ ਮੀਚੈ ਪਾਈਐ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜੌਲੋ ਨਾ ਕਮਾਈਐ। ਅਸੀਂ ਕੇਵਲ ਧਾਰਮਿਕ ਗ੍ਰੰਥਾਂ ਨੂੰ ਸੁਣਨਾ ਹੀ ਨਹੀਂ, ਉਹਨਾਂ ਨੂੰ ਆਪਣੇ ਜੀਵਨ ਤੇ ਕਮਾਉਣਾ ਵੀ ਹੈ ਸਾਧ ਸੰਗਤ। ਆ ਪਿੱਛੇ ਜੇ ਮੈਨੂੰ ਇੱਕ ਸੱਜਣ ਮਿਲਿਆ, ਕਹਿਣ ਲੱਗਾ ਵੀ ਭਾਈ ਸਾਹਿਬ ਮੈਂ ਰਸਤੇ ਤੇ ਮੋਟਰਸਾਈਕਲ ਤੇ ਤੁਰਿਆ ਜਾ ਰਿਹਾ ਸੀ, ਤੇ ਰਸਤੇ ਦੇ ਵਿੱਚ ਕੋਈ ਪੁਲਿਸ ਵਾਲਾ ਟੱਕਰ ਗਿਆ। ਇਹਨੂੰ ਕਿਰਪਾ ਕਰਕੇ ਕਿਸੇ ਨੇ ਪਰਸਨਲੀ ਨਹੀਂ ਲੈਣਾ, ਮੈਂ ਸਿਰਫ ਇੱਕ ਉਦਾਹਰਨ ਕਿਸੇ ਦੇ ਹਾਲਾਤ ਤੁਹਾਡੇ ਸਾਹਮਣੇ ਰੱਖ ਰਿਹਾ। ਇਹ ਜ਼ਰੂਰੀ ਨਹੀਂ ਹਰ ਕਿਸੇ ਤੇ ਢੁੱਕਦੀ ਹੋਵੇ ਗੱਲ। ਕਹਿੰਦਾ ਵੀ ਮੈਂ ਰਸਤੇ ਤੇ ਤੁਰਿਆ ਜਾ ਰਿਹਾ ਸੀ, ਕਿਸੇ ਪੁਲਿਸ ਵਾਲੇ ਨੇ ਰੋਕ ਲਿਆ, ਤੇ ਕਹਿੰਦਾ ਵੀ ਉਨੀ ਦੇਰ ਤੱਕ ਮੈਨੂੰ ਅੱਗੇ ਨਹੀਂ ਚੱਲਣ ਦਿੱਤਾ ਜਿੰਨੀ ਦੇਰ ਤੱਕ ਮੈਂ 100 ਦਾ ਨੋਟ ਉਹਦੀ ਤਲੀ ਤੇ ਨਹੀਂ ਰੱਖ ਦਿੱਤਾ। ਤੇ ਕਹਿੰਦਾ ਵੀ ਉਂਝ ਮੈਂ ਉਸ ਬੰਦੇ ਦੀ ਰਹਿਣੀ ਸਹਿਣੀ ਜਾਣਦਾ ਸੀ, ਸਾਡੇ ਨਾਲ ਦੇ ਮਹੱਲੇ ਦਾ ਹੀ ਸੀ ਉਹ ਬੰਦਾ। ਉਂਝ ਰੋਜ਼ ਸੁਬਾਹ ਉੱਠ ਕੇ ਬਾਣੀ ਪੜ੍ਹਦਾ, ਗੁਰਦੁਆਰੇ ਜਾਂਦਾ ਹੈ,
ਤੇ ਕਹਿੰਦਾ ਵੀ ਮੈਂ ਇਹ ਪੁੱਛਣਾ ਚਾਹੁੰਦਾ ਹੈ ਵੀ ਉਹ ਬਾਣੀ ਪੜ੍ਹਦਾ ਵੀ ਆ, ਗੁਰਦੁਆਰੇ ਵੀ ਜਾਂਦਾ, ਤੇ ਕੀ ਫਾਇਦਾ ਪੜ੍ਹਨ ਦਾ ਜੇ ਉਹਨੇ ਰਿਸ਼ਵਤ ਹੀ ਲੈਣੀ ਹੈ। ਤਾਂ ਮੈਂ ਉਸ ਵੀਰ ਨੂੰ ਬੇਨਤੀ ਕੀਤੀ ਵੀ ਵੀਰੇ ਗੱਲ ਸੁਣ, ਇਸ ਤਰ੍ਹਾਂ ਨਹੀਂ ਹੈ ਵੀ ਬਾਣੀ ਪੜ੍ਹਨ ਦਾ ਫਾਇਦਾ ਨਹੀਂ, ਬਾਣੀ ਦਾ ਬਹੁਤ ਫਾਇਦਾ ਹੈ। ਇਹ ਤਾਂ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ, ਇਹ ਤਾਂ ਬੜਾ ਕੀਮਤੀ ਰਤਨ ਹੈ, ਇਹ ਅਣਮੁੱਲਾ ਹੈ। ਪਰ ਉਸ ਬੰਦੇ ਨਾਲ ਗੱਲ ਕੀ ਬਣੀ? ਉਸ ਬੰਦੇ ਨਾਲ ਗੱਲ ਇਹ ਬਣੀ ਕਿ ਉਹਨੇ ਧਾਰਮਿਕ ਗ੍ਰੰਥ ਪੜ੍ਹ ਲਏ ਪਰ ਗੁਰਬਾਣੀ ਦੀ ਕਈ ਗੱਲ ਨੂੰ ਜੀਵਨ ਤੇ ਕਮਾਇਆ ਨਹੀਂ। ਹੁਣ ਜਿਹੜੀ ਗੁਰਬਾਣੀ ਰੋਜ਼ ਸਾਨੂੰ ਕੂਕ ਕੂਕ ਕੇ ਬੋਲ ਬੋਲ ਕੇ ਕਹਿ ਰਹੀ ਹੈ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਜਿਹੜੀ ਬਾਣੀ ਸਾਨੂੰ ਰੋਜ਼ ਸਮਝਾਉਂਦੀ ਹੈ ਕਿ ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁਖ ਹੋਏ, ਕਿ ਭਾਈ ਪਰਾਇਆ ਧਨ ਆਪਣੇ ਹੱਥਾਂ ਨਾਲ ਨਹੀਂ ਪਕੜਨਾ। ਉਹ ਗੁਰਬਾਣੀ ਪੜ੍ਹ ਕੇ ਵੀ ਜੇ ਕੋਈ ਰਿਸ਼ਵਤ ਲੈ ਰਿਹਾ ਹੈ, ਇਹਦਾ ਮਤਲਬ ਗੁਰਬਾਣੀ ਪੜ੍ਹ ਲਈਏ ਪਰ ਗੁਰਬਾਣੀ ਨੂੰ ਜੀਵਨ ਤੇ ਕਮਾਇਆ ਨਹੀਂ। ਵੇਦ ਪੁਰਾਣ ਸਾਧ ਮਗ ਸੁਣ ਕਰ ਨਿਮਖ ਨਾ ਹਰ ਗੁਣ ਗਾਵੇ। ਤੋ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਇਸ ਮਨ ਨੂੰ ਸਮਝਾਵੋ, ਜਿਹੜਾ ਧਾਰਮਿਕ ਗ੍ਰੰਥਾਂ ਦੀਆਂ ਚੰਗੀਆਂ ਗੱਲਾਂ ਸੁਣਦਾ ਹੈ ਪਰ ਜੀਵਨ ਤੇ ਕਮਾਉਂਦਾ ਨਹੀਂ, ਉਹਨੂੰ ਸਮਝਾਉਣਾ ਕਰੋ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕੋਈ ਮਾਈ ਭੁੱਲਿਓ ਮਨ ਸਮਝਾਵੈ, ਵੇਦ ਪੁਰਾਣ ਸਾਧ ਮਗ ਸੁਣ ਕਰ ਨਿਮਖ ਨਾ ਹਰ ਗੁਣ ਗਾਵੈ। ਤੋ ਇਹ ਗੱਲ ਸਮਝਣੀ ਜ਼ਰੂਰੀ ਆ ਵੀ ਫਿਰ ਮਨ ਨੂੰ ਸਮਝਾਇਆ ਕਿਵੇਂ ਜਾਵੇ। ਇਹ ਤਾਂ ਆਪਾਂ ਸਮਝ ਲਿਆ ਵੀ ਮਨ ਨੂੰ ਸਮਝਾਉਣਾ ਹੈ, ਹੁਣ ਸਵਾਲ ਇਹ ਆ ਵੀ ਸਮਝਾਇਆ ਕਿਵੇਂ ਜਾਵੇ। ਸਤਿਗੁਰੂ ਜੀ ਦਾ ਇੱਕ ਬਚਨ ਆਉਂਦਾ ਹੈ, ਮਹਾਰਾਜ ਕਹਿੰਦੇ ਨੇ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ, ਜੈ ਕਿੰਚੈ ਤਹ ਜਾਏ ਨਾਨਕ ਹਸਤੀ ਕੁੰਡੇ ਬਾਹਰਾ, ਫਿਰ ਉੱਜੜ ਪਾਏ। ਮਹਾਰਾਜ ਨੇ ਕੁਝ ਦ੍ਰਿਸ਼ਟਾਂਤ ਦੇ ਕੇ ਗੱਲ ਨੂੰ ਸਮਝਾਉਣ ਦਾ ਯਤਨ ਕੀਤਾ। ਮਹਾਰਾਜ ਕਹਿੰਦੇ ਮਨ ਸਾਡਾ ਮਸਤ ਹਾਥੀ ਹੈ ਜਿਹੜਾ ਭਟਕਿਆ ਫਿਰਦਾ, ਤਬਾਹੀ ਮਚਾ ਰਿਹਾ, ਤੇ ਮਹਾਰਾਜ ਕਹਿੰਦੇ ਇਸ ਹਾਥੀ ਨੂੰ ਕਾਬੂ ਕਰਨਾ ਹੈ ਨਾ ਤਾਂ ਮਹਾਵਤ ਤੇ ਮਹਾਵਤ ਦੇ ਕੁੰਡੇ ਦੀ ਲੋੜ ਪਵੇਗੀ। ਜਿਹੜਾ ਹਾਥੀ ਕਾਬੂ ਨਹੀਂ ਆਉਂਦਾ, ਇੱਕ ਮਹਾਵਤ ਆਪਣੇ ਕੁੰਡੇ ਦੇ ਜ਼ਰੀਏ ਉਸ ਹਾਥੀ ਨੂੰ ਕਾਬੂ ਕਰ ਲੈਂਦਾ ਹੈ। ਤੇ ਜਿਹੜਾ ਮਨ ਸਾਡਾ ਭੁੱਲਿਆ ਪਿਆ, ਭਟਕਿਆ ਪਿਆ, ਸਿੱਧੇ ਰਸਤੇ ਪੈਂਦਾ ਨਹੀਂ, ਫਿਰ ਗੁਰੂ ਉਸ ਮਨ ਨੂੰ ਗਿਆਨ ਦੇ ਜ਼ਰੀਏ ਕਾਬੂ ਕਰ ਲੈਂਦਾ ਹੈ। ਪਰ ਜਿਹੜਾ ਬੰਦਾ ਗੁਰੂ ਦੇ ਅਧੀਨ ਨਹੀਂ ਹੋਇਆ, ਤਾਂ ਇੰਨੀ ਗੱਲ ਪਕੜ ਚ ਆ ਗਈ, ਮਨ ਨੂੰ ਸਮਝਾਉਣਾ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਪਵੇਗਾ, ਗੁਰਬਾਣੀ ਨਾਲ ਜੁੜਨਾ ਪਵੇਗਾ, ਗੁਰੂ ਦੇ ਅਧੀਨ ਹੋਣਾ ਪਵੇਗਾ, ਆਪਣੀ ਮੱਤ ਗੁਰੂ ਨੂੰ ਸਮਰਪਿਤ ਕਰਨੀ ਪਵੇਗੀ, ਫਿਰ ਮਨ ਸਮਝੇਗਾ। ਕਿਉਂਕਿ ਮਹਾਰਾਜ ਨੇ ਸਪਸ਼ਟ ਕਿਹਾ ਕਿ ਮਨਮੁਖ ਮਨ ਅਜਿੱਤ ਹੈ, ਦੂਜੇ ਲੱਗਿਆ ਜਾਏ। ਜਿਹੜਾ ਬੰਦਾ ਗੁਰੂ ਦੀ ਸ਼ਰਣੀ ਨਹੀਂ ਆਇਆ, ਮਹਾਰਾਜ ਕਹਿੰਦੇ ਉਹਦੇ ਤੋਂ ਉਹਦਾ ਮਨ ਨਹੀਂ ਜਿੱਤਿਆ ਜਾਣਾ। ਉਹ ਜਿੰਨੇ ਮਰਜ਼ੀ ਕਰਮ ਕਰ ਲਵੇ, ਕੋਈ ਮੈਡੀਟੇਸ਼ਨ ਕਰਦਾ ਰਵੇ, ਕੋਈ ਜਿੱਥੇ ਮਰਜ਼ੀ ਤੁਰਦਾ ਫਿਰਦਾ ਗੇੜੇ ਮਾਰਦਾ ਰਵੇ, ਮਹਾਰਾਜ ਕਹਿੰਦੇ ਜਿੰਨੀ ਦੇਰ ਤੱਕ ਬੰਦਾ ਗੁਰੂ ਦੀ ਸ਼ਰਣੀ ਨਹੀਂ ਆਉਂਦਾ, ਇਹ ਮਨ ਜਿੱਤਿਆ ਹੀ ਨਹੀਂ ਜਾ ਸਕਦਾ। ਮਨਮੁਖ ਮਨ ਅਜਿੱਤ ਹੈ, ਦੂਜੇ ਲੱਗੈ ਜਾਏ, ਤਿਸ ਨੂੰ ਸੁਖ ਸੁਪਨੇ ਨਹੀਂ, ਦੁੱਖੇ ਦੁੱਖ ਵਿਹਾਏ, ਘਰ ਘਰ ਪੜ ਪੜ ਪੰਡਤ ਥੱਕੇ, ਸਿੱਧ ਸਮਾਧ ਲਗਾਏ, ਇਹੋ ਮਨ ਵਸ ਨ ਆਵਈ, ਥੱਕੇ ਕਰਮ ਕਮਾਏ। ਮਹਾਰਾਜ ਕਹਿੰਦੇ ਲੋਕ ਚੰਗੀਆਂ ਗੱਲਾਂ ਪੜ ਪੜ ਕੇ ਥੱਕ ਗਏ ਪਰ ਇਸ ਮਨ ਨੂੰ ਵਸ ਨਹੀਂ ਕਰ ਸਕੇ। ਕਿਉਂ? ਕਿਉਂਕਿ ਉਹ ਚੰਗੀਆਂ ਗੱਲਾਂ ਪੜ ਲੈਂਦੇ ਨੇ, ਗੁਰੂ ਦੇ ਅਧੀਨਗੀ ਤਾਂ ਮੰਨੀ ਨਹੀਂ। ਹੁਣ ਜਿਹੜੇ ਕਹਿ ਦਿੰਦੇ ਜੀ ਗੁਰਬਾਣੀ ਦਾ ਫਾਇਦਾ ਨਹੀਂ, ਇਸ ਤਰ੍ਹਾਂ ਨਹੀਂ ਹੈ ਸਾਧ ਸੰਗਤ। ਕਈ ਗੁਰਬਾਣੀ ਪੜ੍ਹਦੇ ਨੇ ਸਿਰਫ ਲੋਕਾਂ ਨੂੰ ਸੁਣਾਉਣ ਵਾਸਤੇ। ਤੁਸੀਂ ਦੇਖੋ ਲੋਕ ਵੱਡੀਆਂ ਵੱਡੀਆਂ ਦਲੀਲਾਂ ਦ੍ਰਿਸ਼ਟਾਂਤ ਯਾਦ ਕਰ ਲੈਂਦੇ ਨੇ ਪਰ ਗੁਰੂ ਦੀ ਅਧੀਨਗੀ ਤਾਂ ਮੰਨੀ ਨਹੀਂ। ਗੁਰੂ ਦੇ ਬਚਨ ਪੜ੍ਹ ਕੇ ਸੁਣਾ ਦਿੰਦੇ ਨੇ ਪਰ ਜਿਹਦੇ ਬਚਨ ਪੜ੍ਹੇ ਉਹਨੂੰ ਗੁਰੂ ਹੀ ਨਹੀਂ ਮੰਨਦੇ ਕਈ, ਤੇ ਕਿਵੇਂ ਮਨ ਨੂੰ ਜਿੱਤ ਸਕਦੇ ਨੇ। ਮਹਾਰਾਜ ਕਹਿੰਦੇ ਘਰ ਘਰ ਪੜ ਪੜ ਪੰਡਤ ਥੱਕੇ, ਸਿੱਧ ਸਮਾਧ ਲਗਾਏ। ਕਈ ਚੰਗੀਆਂ ਗੱਲਾਂ ਪੜ ਪੜ ਕੇ ਥੱਕ ਗਏ ਤੇ ਸਿੱਧ ਸਮਾਧੀ ਲਾ ਲਾ ਕੇ ਥੱਕ ਗਏ। ਅੱਜ ਦੀ ਡੇਟ ਵਿੱਚ ਇਹਨੂੰ ਸੌਖੀ ਭਾਸ਼ਾ ਦੇ ਵਿੱਚ ਵਿਆਖਿਆ ਕਰੀਏ, ਕਈ ਮੈਡੀਟੇਸ਼ਨਾਂ ਕਰ ਕਰਕੇ ਥੱਕ ਗਏ ਪਰ ਮਹਾਰਾਜ ਕਹਿੰਦੇ ਮਨ ਵਸ 'ਚ ਨਹੀਂ ਆਉਂਦਾ। ਮਨਮੁਖ ਮਨ ਅਜਿੱਤ ਹੈ, ਦੂਜੇ ਲੱਗੈ ਜਾਏ, ਤਿਸ ਨੂੰ ਸੁਖ ਸੁਪਨੇ ਨਹੀਂ, ਦੁੱਖੇ ਦੁੱਖ ਵਿਹਾਏ, ਘਰ ਘਰ ਪੜ ਪੜ ਪੰਡਤ ਥੱਕੇ, ਸਿੱਧ ਸਮਾਧ ਲਗਾਏ, ਇਹੋ ਮਨ ਵਸ ਨ ਆਵਈ, ਥੱਕੇ ਕਰਮ ਕਮਾਏ। ਭੇਖ ਧਾਰੀ ਭੇਖ ਕਰ ਥੱਕੇ, 68 ਤੀਰਥ ਨਹਾਏ, ਮਨ ਕੀ ਸਾਰ ਨਾ ਜਾਣਨੀ, ਹਉਮੈ ਭਰਮ ਭੁਲਾਏ। ਕਈ ਸਿਰਫ ਬਾਹਰਲੇ ਧਰਮ ਦੇ ਭੇਖ ਬਣਾ ਲੈਂਦੇ ਨੇ ਪਰ ਜ਼ਰੂਰੀ ਨਹੀਂ ਜਿੰਨੇ ਬਾਹਰੋਂ ਧਰਮੀ ਬਾਣਾ ਪਾਇਆ ਉਹਦਾ ਮਨ ਵੀ ਧਰਮੀ ਹੋਵੇਗਾ, ਨਹੀਂ। ਬਾਹਰੋਂ ਭੇਖ ਬਣਾਉਣ ਵਾਲੇ ਵੀ ਮਨ ਕਰਕੇ ਭੜਕੇ ਹੁੰਦੇ ਨੇ। ਮਨ ਕੀ ਸਾਰ ਨਾ ਜਾਣਨੀ, ਹਉਮੈ ਭਰਮ ਭੁਲਾਏ। ਤੁਹਾਨੂੰ ਸਵਾਲ ਹੈ ਸਤਿਗੁਰੂ ਫਿਰ ਮਨ ਵਸ 'ਚ ਕਿਵੇਂ ਆਵੇ? ਚੰਗੀਆਂ ਗੱਲਾਂ ਪੜ੍ਹ ਲਈਆਂ ਮਨ ਵਸ 'ਚ ਨਹੀਂ ਆਇਆ, ਚੰਗੀਆਂ ਗੱਲਾਂ ਸੁਣ ਲਈਆਂ ਮਨ ਵਸ 'ਚ ਨਹੀਂ ਆਇਆ, ਮੈਡੀਟੇਸ਼ਨਾਂ ਕਰਕੇ ਦੇਖ ਲਈਆਂ ਮਨ ਵਸ ਦੇ ਵਿੱਚ ਨਹੀਂ ਆਇਆ,
ਭੇਖ ਬਣਾ ਬਣਾ ਕੇ ਵੇਖ ਲੈ, ਮਨ ਵਸ ਵਿੱਚ ਨਹੀਂ ਆਇਆ, ਫਿਰ ਮਨ ਵਸ 'ਚ ਕਿਵੇਂ ਆਵੇ? ਤੇ ਸਤਿਗੁਰੂ ਜੀ ਫਿਰ ਸਮਝਾਉਂਦੇ ਨੇ, ਮਨਮੁਖ ਮਨ ਅਜਿੱਤ ਹੈ, ਦੂਜੈ ਲੱਗੈ ਜਾਏ, ਤਿਸਨੂੰ ਸੁਖ ਸੁਪਨੈ ਨਹੀਂ, ਦੁਖੇ ਦੁਖ ਵਿਹਾਏ, ਘਰ ਘਰ ਪੜ ਪੜ ਪੰਡਤ ਥੱਕੇ, ਸਿੱਧ ਸਮਾਧ ਲਗਾਏ, ਇਹੋ ਮਨ ਵਸ ਨ ਆਵਈ, ਥੱਕੇ ਕਰਮ ਕਮਾਏ, ਭੇਖ ਧਾਰੀ ਭੇਖ ਕਰ ਥੱਕੇ, 68 ਤੀਰਥ ਨਾਏ, ਮਨ ਕੀ ਸਾਰ ਨਾ ਜਾਣਨੀ, ਹਉਮੈ ਭਰਮ ਭੁਲਾਏ। ਤੇ ਅਗਲਾ ਬਚਨ ਧਿਆਨ ਨਾਲ ਸੁਣਿਓ, ਮਹਾਰਾਜ ਕਹਿੰਦੇ, ਗੁਰ ਪ੍ਰਸਾਦੀ ਭਉ ਪਿਆ, ਵੱਡ ਭਾਗ ਵਸਿਆ ਮਨ ਆਏ, ਭੈ ਪਇਐ ਮਨ ਵਸ ਹੋਆ, ਹਉਮੈ ਸ਼ਬਦ ਜਲਾਏ। ਜਿਹੜਾ ਮਨ ਚੰਗੀਆਂ ਗੱਲਾਂ ਪੜ੍ਹ ਕੇ ਵਸ ਵਿੱਚ ਨਹੀਂ ਸੀ ਆਇਆ, ਜਿਹੜਾ ਮਨ ਚੰਗੀਆਂ ਗੱਲਾਂ ਸੁਣ ਕੇ ਵਸ ਵਿੱਚ ਨਹੀਂ ਸੀ ਆਇਆ, ਜਿਹੜਾ ਮਨ ਮੈਡੀਟੇਸ਼ਨਾਂ ਕਰ ਕਰਕੇ ਵਸ ਵਿੱਚ ਨਹੀਂ ਸੀ ਆਇਆ, ਜਿਹੜਾ ਮਨ ਭੇਖ ਕਰ ਕਰਕੇ ਵਸ ਵਿੱਚ ਨਹੀਂ ਸੀ ਆਇਆ, ਮਹਾਰਾਜ ਕਹਿੰਦੇ ਉਹ ਮਨ ਵਸ ਵਿੱਚ ਆ ਜਾਂਦਾ ਹੈ ਜੇ ਪਰਮਾਤਮਾ ਦੀ ਹੋਂਦ ਦਾ ਅਹਿਸਾਸ ਹੋ ਜਾਵੇ, ਤੇ ਜੇ ਉਸ ਪਰਮਾਤਮਾ ਦਾ ਡਰ ਇਹਦੇ ਅੰਦਰ ਆ ਜਾਵੇ। ਪਰ ਇਹ ਸਭ ਕੁਝ ਤਾਂ ਹੋਵੇਗਾ ਗੁਰ ਪ੍ਰਸਾਦੀ। ਆਹ ਗੱਲ ਧਿਆਨ ਨਾਲ ਸੁਣੇ, ਗੁਰ ਪ੍ਰਸਾਦੀ। ਤਾਂ ਮੈਂ ਬੇਨਤੀ ਕੀਤੀ ਸੀ, ਗੁਰੂ ਦੀ ਅਧੀਨਗੀ ਮੰਨਣੀ ਪੈਣੀ ਆ, ਤਾਂ ਸਾਰੇ ਹੱਲ ਹੋਣਗੇ। ਗੁਰ ਪ੍ਰਸਾਦੀ ਭਉ ਪਿਆ, ਜਦੋਂ ਗੁਰੂ ਦੀ ਅਧੀਨਗੀ ਮੰਨ ਲਵਾਂਗੇ, ਫਿਰ ਗੁਰੂ ਕਿਰਪਾ ਕਰਦਾ ਹੈ। ਤੇ ਗੁਰੂ ਦੀ ਕਿਰਪਾ ਦੇ ਨਾਲ ਕੀ ਹੁੰਦਾ ਹੈ? ਉਸ ਪਰਮਾਤਮਾ ਦੀ ਹੋਂਦ ਦਾ ਅਹਿਸਾਸ ਹੁੰਦਾ ਹੈ, ਔਰ ਉਹਦਾ ਭੈ ਫਿਰ ਇਹਦੇ ਅੰਦਰ ਆ ਜਾਂਦਾ ਹੈ। ਤੇ ਇਸ ਭੈ ਦਾ ਨਤੀਜਾ ਕੀ ਨਿਕਲਦਾ ਹੈ? ਜਿਹਦੇ ਮਨ ਦੇ ਵਿੱਚ ਪਰਮਾਤਮਾ ਦਾ ਡਰ ਆ ਗਿਆ, ਉਹਦਾ ਮਨ ਜਿੱਤਿਆ ਜਾਂਦਾ ਹੈ। ਉਹਦਾ ਮਨ ਫਿਰ ਲੁਕ ਕੇ ਵੀ ਗਲਤ ਫੁਰਨੇ ਨਹੀਂ ਲੈਂਦਾ, ਉਹਦਾ ਕਿਰਦਾਰ ਸੁਧਰ ਜਾਂਦਾ ਹੈ। ਥੋੜੀ ਜੀ ਉਦਾਹਰਨ ਲਵਾਂ, ਸਮਾਂ ਸਮਾਪਤੀ ਵਾਲੇ, ਮੈਂ ਸਮਾਪਤੀ ਕਰਨੀ ਹੈ, ਪਰ ਆ ਨੁਕਤਾ ਥੋੜਾ ਜਿਹਾ ਸਮਝਿਓ ਸਾਧ ਸੰਗਤ। ਬੱਚੇ ਕਲਾਸ ਵਿੱਚ ਬੈਠੇ ਹੁੰਦੇ ਨੇ, ਤੁਸੀਂ ਦੇਖੋ, ਤੇ ਜੇ ਬੱਚੇ ਨੂੰ ਪਤਾ ਹੋਵੇ ਨਾ ਵੀ ਕਲਾਸ ਦੇ ਵਿੱਚ ਕੋਈ ਨਹੀਂ ਮੈਨੂੰ ਦੇਖਣ ਵਾਲਾ, ਬੱਚੇ ਸ਼ਰਾਰਤਾਂ ਕਰਦੇ ਰਹਿੰਦੇ ਨੇ, ਇੱਧਰ ਉੱਧਰ ਦੌੜਦੇ ਰਹਿੰਦੇ ਨੇ। ਪਰ ਜਦੋਂ ਕਲਾਸ ਦੇ ਵਿੱਚ ਟੀਚਰ ਆ ਜਾਵੇ ਤੇ ਬੱਚੇ ਨੂੰ ਪਤਾ ਲੱਗ ਜਾਵੇ ਵੀ ਹੁਣ ਮੈਨੂੰ ਦੇਖਣ ਵਾਲਾ ਕੋਈ ਆ ਗਿਆ, ਮੇਰਾ ਟੀਚਰ ਆ ਗਿਆ, ਜਿਹੜਾ ਸਰੀਰ ਇੱਧਰ ਉੱਧਰ ਭੱਜਦਾ ਫਿਰਦਾ ਸੀ ਬੱਚੇ ਦਾ, ਉਹ ਡੈਸਕ ਤੇ ਆਰਾਮ ਨਾਲ ਇਕੱਠਾ ਹੋ ਕੇ ਬਹਿ ਜਾਂਦਾ ਹੈ। ਕਿਉਂ? ਕਿਉਂਕਿ ਇੱਕ ਤਾਂ ਉਹਨੂੰ ਇਹ ਪਤਾ ਲੱਗ ਗਿਆ ਵੀ ਇੱਥੇ ਹੁਣ ਮੇਰਾ ਟੀਚਰ ਹੈ, ਤੇ ਦੂਜਾ ਉਸ ਟੀਚਰ ਦਾ ਡਰ ਹੈ ਉਹਨੂੰ। ਇਹ ਦੋ ਗੱਲਾਂ ਆ ਗਈਆਂ ਨਾ, ਵੀ ਟੀਚਰ ਦੇ ਆਉਣ ਦਾ ਵੀ ਪਤਾ ਲੱਗ ਗਿਆ, ਤੇ ਜੇ ਟੀਚਰ ਦੇ ਆਉਣ ਦਾ ਪਤਾ ਲੱਗੇਗਾ ਤਾਂ ਹੀ ਡਰ ਆਵੇਗਾ ਨਾ। ਤੇ ਜਦੋਂ ਡਰ ਆ ਗਿਆ, ਉਹ ਬੱਚਾ ਟਿਕ ਕੇ ਬਹਿ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਮਨ ਨੂੰ ਇਹ ਅਹਿਸਾਸ ਹੋ ਗਿਆ ਵੀ ਰੱਬ ਹੈ, ਤੇ ਉਹ ਮੈਨੂੰ ਬੰਦ ਕਮਰੇ 'ਚ ਵੀ ਦੇਖਦਾ। ਆਹ ਨੁਕਤਾ ਬੜੇ ਧਿਆਨ ਨਾਲ ਸਮਝਣ ਵਾਲਾ ਹੈ ਸਾਧ ਸੰਗਤ। ਕਿਉਂਕਿ ਦੇਖੋ, ਬੱਚਾ ਕਲਾਸ ਦੇ ਵਿੱਚ ਸਰੀਰ ਕਰਕੇ ਤਾਂ ਟਿਕ ਕੇ ਬਹਿ ਜਾਂਦਾ ਹੈ, ਕਿਉਂਕਿ ਉਹਨੂੰ ਪਤਾ ਵੀ ਮੇਰਾ ਟੀਚਰ ਸਿਰਫ ਮੇਰਾ ਸਰੀਰ ਦੇਖ ਸਕਦਾ ਹੈ, ਪਰ ਜ਼ਰੂਰੀ ਨਹੀਂ ਵੀ ਉਹਦਾ ਮਨ ਵੀ ਟਿਕਾ ਲਵੇਗਾ। ਕਈ ਵਾਰੀ ਬੱਚਾ ਕਲਾਸ ਦੇ ਵਿੱਚ ਸਰੀਰ ਕਰਕੇ ਟਿਕ ਕੇ ਬੈਠਾ ਹੁੰਦਾ ਹੈ, ਮਨ ਉਹਦਾ ਘਰੇ ਕ੍ਰਿਕਟ ਖੇਡ ਰਿਹਾ ਹੁੰਦਾ। ਮਨ ਕਿਉਂ ਨਹੀਂ ਟਿਕਦਾ? ਇਸ ਕਰਕੇ ਨਹੀਂ ਟਿਕਦਾ ਕਿਉਂਕਿ ਟੀਚਰ ਦੀ ਪਹੁੰਚ ਕੇਵਲ ਸਰੀਰ ਤੱਕ ਹੈ, ਮਨ ਤੱਕ ਨਹੀਂ। ਪਰ ਜਿਸ ਨੂੰ ਪਰਮਾਤਮਾ ਦੀ ਹੋਂਦ ਦਾ ਅਹਿਸਾਸ ਹੋ ਜਾਵੇ, ਉਹਨੂੰ ਇਹ ਵੀ ਅਹਿਸਾਸ ਹੋ ਜਾਂਦਾ ਵੀ ਪਰਮਾਤਮਾ ਦੀ ਪਹੁੰਚ ਮੇਰੇ ਸਰੀਰ ਤੱਕ ਹੀ ਨਹੀਂ, ਮੇਰੇ ਮਨ ਤੱਕ ਵੀ ਹੈ। ਪਰਮਾਤਮਾ ਮੇਰੇ ਸਰੀਰ ਨੂੰ ਵੀ ਦੇਖ ਰਿਹਾ ਹੈ, ਪਰਮਾਤਮਾ ਮੇਰੇ ਮਨ ਨੂੰ ਵੀ ਦੇਖ ਰਿਹਾ ਹੈ। ਇਸ ਕਰਕੇ ਮੈਂ ਸਰੀਰ ਕਰਕੇ ਵੀ ਟਿਕਣਾ ਹੈ, ਮਨ ਕਰਕੇ ਵੀ ਟਿਕਣਾ। ਸਰੀਰ ਕਰਕੇ ਵੀ ਕੁਝ ਗਲਤ ਨਹੀਂ ਕਰਨਾ, ਮਨ ਕਰਕੇ ਵੀ ਕੁਝ ਗਲਤ ਨਹੀਂ ਕਰਨਾ। ਤੋ ਮਹਾਰਾਜ ਕਹਿੰਦੇ ਭੈ ਪਇਐ ਮਨ ਵਸ ਹੋਆ। ਹੁਣ ਇਸ ਡਰ ਨੂੰ ਕੁਝ ਨੈਗੇਟਿਵ ਨਹੀਂ ਲੈਣਾ, ਕਿਉਂਕਿ ਕਈ ਕਹਿਣ ਲੱਗ ਪੈਂਦੇ ਨੇ ਵੀ ਸਤਿਗੁਰੂ ਜੀ ਤਾਂ ਸਾਨੂੰ ਨਿਡਰ ਹੋਣਾ ਸਿਖਾਉਂਦੇ ਨੇ। ਇਹ ਗੱਲ ਯਾਦ ਰੱਖਿਓ ਸਾਧ ਸੰਗਤ, ਜਿਸ ਨੂੰ ਪਰਮਾਤਮਾ ਦਾ ਡਰ ਹੋਵੇਗਾ, ਫਿਰ ਉਹ ਬੰਦਾ ਕਦੀ ਦੁਨਿਆਵੀ ਬਾਦਸ਼ਾਹਾਂ ਤੋਂ ਵੀ ਨਹੀਂ ਡਰਦਾ, ਉਹਨਾਂ ਦੇ ਅੱਗੇ ਵੀ ਛਾਤੀ ਤਾਣ ਕੇ ਖਲੋ ਜਾਂਦਾ ਹੈ। ਤੇ ਜਿਹਨੂੰ ਪਰਮਾਤਮਾ ਦਾ ਡਰ ਨਹੀਂ, ਉਹ ਆਪਦੇ ਪਰਛਾਵਿਆਂ ਤੋਂ ਵੀ ਡਰਦਾ ਫਿਰਦਾ ਹੁੰਦਾ ਹੈ। ਛੋਟੇ ਸਾਹਿਬਜ਼ਾਦੇ ਵਜ਼ੀਰ ਖਾਂ ਅੱਗੇ ਵੀ ਛਾਤੀ ਤਾਣ ਕੇ ਖਲੋ ਗਏ। ਕਿਉਂ? ਕਿਉਂਕਿ ਉਹਨਾਂ ਦੇ ਮਨ 'ਚ ਪਰਮਾਤਮਾ ਦਾ ਡਰ ਹੈ। ਤੇ ਜਿਹਨੂੰ ਪਰਮਾਤਮਾ ਦਾ ਡਰ ਨਹੀਂ, ਫਿਰ ਉਹ ਛੋਟੀਆਂ ਮੋਟੀਆਂ ਚੀਜ਼ਾਂ ਤੋਂ ਡਰਦਾ ਰਹੇਗਾ। ਬਿੱਲੀ ਰਸਤਾ ਕੱਟ ਕੇ ਡਰਦਾ ਰਹੇਗਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਪਰਮਾਤਮਾ ਦਾ ਡਰ ਰੱਖਣਾ ਹੈ, ਗੁਰੂ ਦੀ ਅਧੀਨਗੀ ਮੰਨਣੀ ਹੈ। ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਦੀ ਹੋਂਦ ਦਾ ਅਹਿਸਾਸ ਹੋਵੇਗਾ, ਔਰ ਉਹਦਾ ਜਦੋਂ ਭੈ ਮਨ ਦੇ ਵਿੱਚ ਆ ਗਿਆ, ਫਿਰ ਇਹ ਮਨ ਜਿੱਤਿਆ ਜਾਵੇਗਾ। ਫਿਰ ਉਹ ਮਨ ਕਾਮ ਨੂੰ ਕੰਟਰੋਲ ਕਰ ਲਵੇਗਾ, ਕ੍ਰੋਧ ਨੂੰ ਕੰਟਰੋਲ ਕਰ ਲਵੇਗਾ। ਤੋ ਇਸ ਪ੍ਰਕਾਰ ਗੁਰੂ ਦੇ ਅਧੀਨ ਹੋ ਕੇ, ਗੁਰੂ ਦੇ ਸ਼ਬਦ ਰਾਹੀਂ ਇਸ ਭੁੱਲੇ ਹੋਏ ਮਨ ਨੂੰ ਸਮਝਾਈਏ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋਂ ਵਿਸਾਰੇ, ਕਹੈ ਨਾਨਕ ਮਨ ਮੇਰੇ,
ਸਦਾ ਰਹੋ ਹਰ ਨਾਲੇ। ਇਸ ਤਰ੍ਹਾਂ ਮਨ ਨੂੰ ਸਮਝਾਇਆ ਜਾਂਦਾ ਗੁਰੂ ਦੇ ਸ਼ਬਦ ਨਾਲ। ਤੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕੋਈ ਮਾਈ ਭੁੱਲਿਓ ਮਨ ਸਮਝਾਵੈ, ਵੇਦ ਪੁਰਾਣ ਸਾਧ ਮਗ ਸੁਨ ਕਰ, ਨਿਮਖ ਨਾ ਹਰ ਗੁਣ ਗਾਵੈ। ਮਹਾਰਾਜ ਕਹਿੰਦੇ ਹੈ ਮਾਈ, ਕੋਈ ਇਸ ਭੁੱਲੇ ਹੋਏ ਮਨ ਨੂੰ ਸਮਝਾਉਣਾ ਕਰੋ, ਕਿਉਂਕਿ ਹਾਲਾਤ ਇਹ ਨੇ ਕਿ ਇਹ ਧਾਰਮਿਕ ਗ੍ਰੰਥ ਸੁਣ ਕੇ ਵੀ ਇੱਕ ਨਿਮਖ ਵੀ ਉਹਦੇ ਗੁਣ ਨਹੀਂ ਗਾਉਂਦਾ। ਸੋ ਆਓ, ਇਹ ਤਾਂ ਹੋ ਗਏ ਸੀ ਆਪਣੇ ਭਾਵ-ਅਰਥ, ਕੇਂਦਰੀ ਅਰਥ ਰਹਾਉ ਦੀ ਤੁਕ ਦੇ। ਆਓ ਹੁਣ ਆਪਾਂ ਅੱਖਰੀ ਅਰਥ ਕਰਨੇ ਨੇ। ਜਿੰਨੇ ਵੀ ਸਰੀਰ ਜੁੜ ਬੈਠੇ, ਆਓ ਰਸਨਾ ਨੂੰ ਪਵਿੱਤਰ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਨਾਵਾਂ। ਗੌੜੀ ਰਾਗ ਦੇ ਅੰਦਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਕੋ ਮਾਈ ਭੁੱਲਿਓ ਮਨ ਸਮਝਾਵੈ। ਮਹਾਰਾਜ ਕਹਿੰਦੇ ਹੈ ਮਾਈ, ਕੋਈ ਇਸ ਭੁੱਲੇ ਹੋਏ ਭਟਕੇ ਹੋਏ ਮਨ ਨੂੰ ਸਮਝਾਉਣਾ ਕਰੇ। ਵੇਦ ਪੁਰਾਨ ਸਾਧ ਮਗ ਸੁਨ ਕਰ, ਨਿਮਖ ਨ ਹਰ ਗੁਣ ਗਾਵੈ। ਮਹਾਰਾਜ ਕਹਿੰਦੇ ਅਸਲ ਦੇ ਵਿੱਚ ਹਾਲਾਤ ਕੀ ਹਨ ਕਿ ਇਹ ਵੇਦ ਪੁਰਾਣ ਸਾਧ ਮਗ ਸੁਨ ਕਰ, ਇਹ ਧਾਰਮਿਕ ਗ੍ਰੰਥਾਂ ਨੂੰ ਸੁਣਦਾ ਹੈ। ਸਾਧ ਮਗ ਭਾਵ ਸਤ ਪੁਰਸ਼ਾਂ ਦੇ ਬਚਨ ਵੀ ਸੁਣਦਾ ਹੈ, ਪਰ ਮਹਾਰਾਜ ਕਹਿੰਦੇ ਨਿਮਖ ਨਾ ਹਰ ਗੁਣ ਗਾਵੇ। ਫਿਰ ਵੀ ਇੱਕ ਨਿਮਖ ਵੀ ਉਹਦੇ ਗੁਣ ਨਹੀਂ ਗਾਉਂਦਾ। ਰਹਾਉ ਠਹਿਰਾਓ ਦੇ ਕੇ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਦੁਰਲਭ ਦੇਹ ਪਾਏ ਮਾਨਸ ਕੀ, ਬਿਰਥਾ ਜਨਮ ਸਿਰਾਵੈ। ਮਹਾਰਾਜ ਕਹਿੰਦੇ ਨੇ ਕਿ ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ ਦੁਰਲਭ ਇਹ ਦੇਹੀ ਮਿਲੀ ਹੈ, ਮਨੁੱਖਾ ਦੇਹੀ, ਜਿਹੜੀ ਦੇਹੀ ਸੌਖਿਆ ਨਹੀਂ ਮਿਲਦੀ, ਇੰਨੀ ਅਮੋਲਕ ਦੇਹੀ ਲੈ ਕੇ ਵੀ ਉਹਨੂੰ ਵਿਅਰਥ ਗਵਾ ਰਿਹਾ। ਦੁਰਲਭ ਦੇ ਪਾਏ ਮਾਨਸ ਕੀ, ਬੜੀ ਅਮੋਲਕ, ਜਿਹੜੀ ਛੇਤੀ ਲੱਭਦੀ ਨਹੀਂ, ਉਹ ਮਨੁੱਖਾ ਜਨਮ ਲੈ ਕੇ ਵੀ ਬਿਰਥਾ ਜਨਮ ਸਰਾਵੈ। ਐਵੇਂ ਸਮਾਂ ਜਿਹੜਾ ਹੈ ਉਹ ਵਿਅਰਥ ਗਵਾ ਰਿਹਾ, ਆਪਣਾ ਜਨਮ ਜਿਹੜਾ ਹੈ ਉਹ ਵਿਅਰਥ ਗਵਾ ਰਿਹਾ ਹੈ। ਮਾਇਆ ਮੋਹ ਮਹਾ ਸੰਕਟ ਬਨ, ਤਾ ਸਿਉ ਰੁਚ ਉਪਜਾਵੈ। ਮਹਾਰਾਜ ਕਹਿੰਦੇ ਜਿਹੜਾ ਇਹ ਸੰਸਾਰ ਰੂਪੀ ਜੰਗਲ ਹੈ, ਜਿਹੜਾ ਮਾਇਆ ਦੇ ਨਾਲ ਨੱਕੋ ਨੱਕ ਭਰਿਆ ਪਿਆ, ਮਹਾਰਾਜ ਕਹਿੰਦੇ ਨੇ ਉਸ ਮਹਾ ਸੰਕਟ ਵਾਲੇ ਮਹਾ ਦੁਖਦਾਈ ਜੰਗਲ ਦੇ ਨਾਲ ਇਹ ਪਿਆਰ ਪਾਈ ਬੈਠਾ ਹੈ। ਮਾਇਆ ਮੋਹ ਮਹਾ ਸੰਕਟ ਬਨ, ਤਾਂ ਸਿਉ ਰੂਪ ਉਪਜਾਵੈ। ਇਹ ਮਾਇਆ ਨਾਲ ਪਿਆਰ ਪਾਈ ਬੈਠਾ ਹੈ, ਪਦਾਰਥਾਂ ਨਾਲ ਪਿਆਰ ਪਾਈ ਬੈਠਾ ਹੈ। ਅੰਤਰ ਬਾਹਰ ਸਦਾ ਸੰਗ ਪ੍ਰਭ, ਤਾ ਸਿਉ ਨੇਹੋ ਨਾ ਲਾਵੈ। ਪਰ ਜਿਹੜਾ ਪਰਮਾਤਮਾ ਹਰ ਥਾਂ ਤੇ ਰਮਿਆ ਹੋਇਆ, ਸਾਡੇ ਅੰਦਰ ਵੀ ਹੈ, ਸਾਡੇ ਬਾਹਰ ਵੀ ਹੈ, ਸਦਾ ਸਾਡੇ ਸੰਗ, ਸਾਡੇ ਨਾਲ ਵਸ ਰਿਹਾ, ਉਸ ਪਰਮਾਤਮਾ ਦੇ ਨਾਲੇ ਪਿਆਰ ਨਹੀਂ ਪਾਉਂਦਾ। ਜਿਹੜੀਆਂ ਚੀਜ਼ਾਂ ਨੇ ਬਿਨਸ ਜਾਣਾ ਹੈ ਉਹਦੇ ਨਾਲ ਮੋਹ ਪਾਈ ਬੈਠਾ ਹੈ, ਔਰ ਜਿਹੜਾ ਹਰ ਥਾਂ ਤੇ ਵਸਿਆ, ਜਿਹਨੇ ਸਦੀਵੀ ਰਹਿਣਾ ਹੈ, ਉਹਦੇ ਨਾਲ ਇਹ ਭੁੱਲਿਆ ਹੋਇਆ ਮਨ ਪਿਆਰ ਨਹੀਂ ਪਾਉਂਦਾ। ਨਾਨਕ ਮੁਕਤ ਤਾਹੇ ਤੁਮ ਮੰਨਹੁ, ਜਿਹੇ ਘਟ ਰਾਮ ਸਮਾਵੈ। ਤੇ ਮਹਾਰਾਜ ਕਹਿੰਦੇ ਨਾਨਕ ਮੁਕਤ ਤਾਹੇ ਤੁਮ ਮੰਨਹੁ। ਮਹਾਰਾਜ ਕਹਿੰਦੇ ਅਸਲੀ ਮੁਕਤ ਉਹੀ ਹੈ ਜਿਹੇ ਘਟ ਰਾਮ ਸਮਾਵੈ, ਜਿਹਦੇ ਹਿਰਦੇ ਵਿੱਚ ਪਰਮਾਤਮਾ ਵਸ ਗਿਆ, ਜਿਹਦੇ ਹਿਰਦੇ ਵਿੱਚ ਪਰਮਾਤਮਾ ਸਮਾ ਗਿਆ, ਜਿਹਨੂੰ ਪਰਮਾਤਮਾ ਦੀ ਹੋਂਦ ਦਾ ਅਹਿਸਾਸ ਹੋ ਗਿਆ। ਹੁਣ ਪਰਮਾਤਮਾ ਤਾਂ ਘਟ ਘਟ ਦੇ ਵਿੱਚ ਵਸਿਆ ਹੋਇਆ, ਪਰ ਜਿਹਨੂੰ ਉਸ ਵਸੇ ਹੋਏ ਪਰਮਾਤਮਾ ਦਾ ਅਹਿਸਾਸ ਵੀ ਹੋ ਗਿਆ, ਜਿਹਦਾ ਧਿਆਨ ਪਰਮਾਤਮਾ ਨਾਲ ਜੁੜ ਗਿਆ, ਮਹਾਰਾਜ ਕਹਿੰਦੇ ਉਹੀ ਅਸਲ ਦੇ ਵਿੱਚ ਮੁਕਤ ਹੈ। ਉਹਦੀ ਹੀ ਵਿਕਾਰਾਂ ਤੋਂ ਬੰਦ ਖਲਾਸੀ ਹੋ ਸਕਦੀ ਹੈ, ਉਹੀ ਜੰਮਣ ਤੇ ਮਰਨ ਤੋਂ ਮੁਕਤ ਹੋ ਸਕਦਾ ਹੈ। ਤੋ ਇਹ ਬਚਨ ਸਤਿਗੁਰਾਂ ਨੇ ਬਖਸ਼ਿਸ਼ ਕੀਤਾ। ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਸਤਿਗੁਰੂ ਜੀ ਬਖਸ਼ ਲੈਣ। ਆਓ ਆਖਰੀ ਤੁਕਾਂ ਪੜ੍ਹ ਕੇ ਫਤਿਹ ਵਿੱਚ ਹਾਜ਼ਰੀ ਭਰੀਏ। ਅੰਤਰ ਬਾਹਰ ਸਦਾ ਸੰਗ ਪ੍ਰਭ, ਤਾ ਸਿਉ ਨੇਹੋ ਨਾ ਲਾਵੈ। ਨਾਨਕ ਮੁਕਤ ਤਾਹੇ ਤੁਮ ਮੰਨਹੁ, ਜਿਹੇ ਘਟ ਰਾਮ ਸਮਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।